ਸਭ ਤੋਂ ਪਹਿਲਾਂ ਜੀ ਫਤਿਹ ਬੁਲਾਉਂਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਸਾਡੇ ਨਾਲ ਮੌਜੂਦ ਨੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਜੀ ਪੰਨੂ। ਉਹਨਾਂ ਨਾਲ ਅੱਜ ਆਪਾਂ ਕੁਝ ਵਿਚਾਰ ਸਾਂਝੇ ਕਰਨੇ ਨੇ ਜਿਹੜੇ ਕਿ ਸਾਡੇ ਦੇਸ਼ ਦੇ ਨਾਲ ਜੁੜੇ ਹੋਏ ਨੇ। ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਜੋ ਕੁਝ ਇੱਥੇ ਵਾਪਰ ਰਿਹਾ ਵਾ ਉਹਦੇ ਵਿੱਚ ਕੀ ਚੱਲ ਰਿਹਾ, ਲੋਕਾਂ ਦੇ ਜਿਹੜੇ ਹੱਕ ਆ ਕੀ ਉਹਨਾਂ ਦੀ ਗੱਲ ਚੱਲ ਰਹੀ ਹੈ, ਤੇ ਜੇ ਨਹੀਂ ਚੱਲ ਰਹੀ ਤੇ ਉਹ ਜਿਹੜੇ ਰਾਜ ਪ੍ਰਬੰਧ ਨੇ ਇਸ ਦੇਸ਼ ਦੇ ਉਹ ਕਿਹਨਾਂ ਦੇ ਹੱਥਾਂ ਦੇ ਵਿੱਚ ਚੱਲ ਗਏ ਨੇ ਤੇ ਉਹਨੂੰ ਸੁਧਾਰਨ ਵਾਸਤੇ ਕੀ ਕੀਤਾ ਜਾ ਸਕਦਾ ਵਾ, ਉਹਦੀ ਗੱਲਬਾਤ ਅੱਜ ਆਪਾਂ ਪ੍ਰਧਾਨ ਜੀ ਉਹਨਾਂ ਨਾਲ ਕਰਾਂਗੇ। ਪ੍ਰਧਾਨ ਜੀ, ਸਭ ਤੋਂ ਪਹਿਲਾਂ ਤੇ ਆਪਾਂ ਸ਼ੁਰੂਆਤ ਕਰਦੇ ਹਾਂ ਇਸ ਸਵਾਲ ਤੋਂ ਕਿ ਆਪਾਂ ਨੂੰ 1947 ਦੇ ਵਿੱਚ ਆਜ਼ਾਦੀ ਮਿਲ ਗਈ ਸੀ, ਬਟ ਇਹਨੂੰ ਕਿਹਾ ਜਾਂਦਾ ਹੈ ਕਿ ਇਹ ਇੱਕ ਅਧੂਰੀ ਆਜ਼ਾਦੀ ਆ। ਇਹ ਕਿਹੜੇ ਸੰਖੇਪ ਦੇ ਵਿੱਚ ਇਹ ਗੱਲ ਜਿਹੜੀ ਆ ਆਖੀ ਜਾਂਦੀ ਆ, ਤੇ ਜਿਹੜੇ ਇਸ ਦੇਸ਼ ਦੇ ਜਿਹੜੇ ਰਾਜ ਪ੍ਰਬੰਧ ਨੇ ਉਹ ਕਿੰਨਾ ਲੋਕਾਂ ਦੇ ਹੱਥ ਵਿੱਚ ਨੇ? ਕਿਉਂਕਿ ਜਦੋਂ ਆਪਾਂ ਲੋਕਾਂ ਵੱਲ ਵੇਖਦੇ ਨੇ, ਆਮ ਲੋਕ ਆ ਜਿਹੜੇ ਇਸ ਦੇਸ਼ ਦੇ, ਉਹਨਾਂ ਦੀ ਹਾਲਤ ਬੜੀ ਖਰਾਬ ਹੋਈ, ਖਸਤਾ ਹੋਈ ਪਈ ਹੈ ਇਸ ਟਾਈਮ, ਫਾਈਨੈਂਸ਼ੀਅਲ ਤੌਰ ਤੇ ਵੇਖ ਲਈ, ਇਕਨੋਮੀ ਤੌਰ ਤੇ ਇਹ ਫਿਰ ਰਾਜ ਪ੍ਰਬੰਧ ਜਿਹੜੇ ਆ ਕਿੰਨਾਂ ਦੇ ਹੱਥ ਵਿੱਚ ਚਲ ਗਏ ਨੇ, ਤੇ ਕਿ ਇਹ ਰਾਜਨੀਤੀ ਜਿਹੜੀ ਹੈ ਕਿਸ ਰੁਖ ਵੱਲ ਜਾ ਰਹੀ ਹੈ, ਇਹਦੇ ਉੱਤੇ ਥੋੜਾ ਜਿਹਾ ਚਾਨਣਾ ਤੁਸੀਂ ਪਾਇਓ। 1947 ਦੇ ਵਿੱਚ ਜਦੋਂ ਅੰਗਰੇਜ਼ ਭਾਰਤ ਛੱਡ ਕੇ ਗਏ ਆ ਤੇ ਇੱਥੇ ਜਿਹੜੀ ਆਜ਼ਾਦੀ ਆਈ ਆ ਉਹ ਆਜ਼ਾਦੀ ਦੂਰੀ ਆ, ਕਿਉਂਕਿ ਪਹਿਲਾਂ ਇੱਥੇ ਬਸਤੀ ਸੀ। ਦੇਸ਼ ਜਿਹੜਾ ਸਾਡਾ ਅੰਗਰੇਜ਼ਾਂ ਦੀ ਬਸਤੀ ਸੀ, ਬਸਤੀਵਾਦ ਚੱਲ ਰਿਹਾ ਸੀ। ਉਹ ਲੁੱਟ ਕੇ ਸਾਰਾ ਕੁਝ ਖੜਦੇ ਸੀ, ਇੱਥੋਂ ਕੱਚਾ ਮਾਲ ਵੀ ਖੜ ਰਹੇ ਸੀ, ਕੱਚੇ ਮਾਲ ਨਾਲ ਵੀ ਲੋਕਾਂ ਦੀ ਲੁੱਟ ਕਰਦੇ ਤੇ ਪੱਕਾ ਮਾਲ ਬਣਾ ਕੇ ਲਿਆ ਕੇ ਇੰਗਲੈਂਡ ਤੋਂ ਫਿਰ ਲੁੱਟ ਕਰਦੇ ਸੀ। ਉਹ ਇੱਕ ਬਸਤੀ ਸੀ ਈਸਟ ਇੰਡੀਆ ਕੰਪਨੀ ਦੀ। ਅੱਜ ਜੋ 1947 'ਚ ਜਿਹਨੂੰ ਦੇਸ਼ ਦੀ ਆਜ਼ਾਦੀ ਕਹਿ ਰਹੇ ਆ, ਇਹ ਅਰਧ ਬਸਤੀਵਾਦ ਆ। ਹੁਣ ਵੀ ਉਸੇ ਤਰ੍ਹਾਂ ਸਾਮਰਾਜੀ ਨੀਤੀਆਂ ਚੱਲ ਰਹੀਆਂ। ਸਾਮਰਾਜ ਜਿਹੜਾ ਦੇਸ਼ ਨੂੰ ਕੰਟਰੋਲ ਕਰ ਰਿਹਾ ਆ, ਦੇਸ਼ ਜਿਹੜੇ ਆ, ਤੇ ਉਹ ਇਹਨੂੰ ਜਿਹੜਾ ਵਾ ਦੇਸ਼ ਜਿਹੜਾ ਵਾ ਇਹਨੂੰ ਅਸੀਂ ਆਜ਼ਾਦੀ ਨਹੀਂ ਕਹਿ ਸਕਦੇ। ਇਹ ਇੱਕ ਹਿਸਾਬ ਦੀ ਸਾਮਰਾਜੀ ਜਿਹੜੇ ਦੇਸ਼ ਆ ਉਹਨਾਂ ਦੀ ਇੱਕ ਹਿਸਾਬ ਦੀ ਗੁਲਾਮੀ ਆ। ਇਸ ਤਰੀਕੇ ਨਾਲ ਇਹ ਚੱਲ ਰਿਹਾ ਵਾ। ਦੇਸ਼ ਦੀ ਆਜ਼ਾਦੀ ਵੇਲੇ ਦੇਸ਼ ਦੀ ਜਿਹੜੀ ਹੈ ਇਹ ਅਧੂਰੀ ਆਜ਼ਾਦੀ ਜੋ ਆਈ ਹੈ, ਜਦੋਂ ਉਹ ਟਾਈਮ ਤੇ ਅੰਗਰੇਜ਼ਾਂ ਨੇ ਇਸ ਕਰਕੇ ਨਹੀਂ ਗਏ ਕਿ ਜਿਹੜੀ ਕਾਂਗਰਸ ਉਸ ਟਾਈਮ ਤੇ ਅਗਵਾਈ ਕਰ ਰਹੀ ਸੀ ਅੰਦੋਲਨ ਦੀ, ਉਹਦਾ ਕੋਈ ਬਹੁਤ ਫੈਕਟ ਸੀਗਾ। ਉਹ ਤੇ ਜਿਹੜੇ ਦੇਸ਼ ਦੇ ਵਿੱਚ ਲਹਿਰਾਂ ਉੱਠੀਆਂ, ਲੋਕ ਉੱਠੇ ਜਾਂ ਅੰਤਰਰਾਸ਼ਟਰੀ ਪ੍ਰਭਾਵ ਪਏ, ਉਹਨਾਂ ਦਾ ਕਰਕੇ ਅੰਗਰੇਜ਼ਾਂ ਨੂੰ ਜਿਹੜੀ ਲੋਕਾਂ ਦੇ ਵਿੱਚ ਰਾਜਨੀਤਿਕ ਚੇਤਨਾ ਆ ਗਈ, ਸਮਾਜਿਕ ਚੇਤਨਾ ਆਈ, ਉਹਨਾਂ ਦਾ ਕਰਕੇ ਇੱਥੋਂ ਜਾਣਾ ਪਿਆ। ਤੇ ਇਹ ਜਿਹੜੇ ਸਾਡੇ ਜਿਹੜੇ ਉਸ ਟਾਈਮ 'ਤੇ ਅਗਵਾਈ ਕਰ ਰਹੇ ਸੀਗੇ ਮਹਾਤਮਾ ਗਾਂਧੀ ਜੀ ਔਰ ਜਵਾਹਰ ਲਾਲ ਨਹਿਰੂ ਜੀ ਜਾਂ ਹੋਰ ਜਿਹੜੇ ਲੀਡਰ ਸੀਗੇ, ਇਹ ਤੇ ਡੋਮੀਨੀਅਨ ਸਟੇਟ ਮੰਗ ਰਹੇ ਸੀ। ਡੋਮੀਨੀਅਨ ਸਟੇਟ 'ਤੇ ਵੀ ਜਿਹੜੀ ਉਹਨਾਂ ਦੀ ਦੀਨਗੀ ਵਾਲੀ ਜਿਹੜੀ ਹੈਗੀ ਆ ਸਟੇਟ, ਅੰਗਰੇਜ਼ਾਂ ਦੀ ਉਹਨਾਂ ਦੀ ਦੀਨਗੀ ਵਾਲੀ ਸਟੇਟ ਵੀ ਜਿਹੜਾ ਵਾ ਇਹਨਾਂ ਮਨਜ਼ੂਰ ਕੀਤੀ ਹੋਈ ਸੀ। ਤੇ ਉੱਥੇ ਅਸੈਂਬਲੀ ਦੇ ਵਿੱਚ ਇਹਨਾਂ ਆਪਣੇ ਮੈਂਬਰ ਜਿਹੜੇ ਆ ਵਗੈਰਾ ਜਿਹੜੇ ਬਣਾਏ ਹੋਏ ਸੀਗੇ। ਇਹ ਉਸ ਤੋਂ ਬਾਅਦ ਜਦੋਂ ਅੰਗਰੇਜ਼ ਚੱਲ ਗਏ ਆ, ਉਹਨਾਂ ਨੇ ਬੜੇ ਜੋ ਪਹਿਲਾਂ ਫੁੱਟ ਪਾਊ ਨੀਤੀ ਤੇ ਚੱਲ ਰਹੇ ਸੀ, ਉਸੇ ਫੁੱਟ ਪਾਈ ਨੀਤੀ ਦੇ ਉੱਤੇ ਉਹ ਚੱਲਦੇ ਹੋਏ ਉਹਨਾਂ ਨੇ ਜਿਹੜਾ ਬੰਗਾਲ ਤੇ ਪੰਜਾਬ ਦੀ ਵੰਡ ਕੀਤੀ ਤੇ ਦੇਸ਼ ਨੂੰ ਫਿਰਕੂ ਲੀਆਂ ਦੇ ਉੱਤੇ ਵੰਡ ਕੱਤਿਆ। ਧਰਮ, ਜਾਤ, ਬਰਾਦਰੀ ਨੂੰ ਹਵਾ ਦੇ ਕੇ ਤੇ ਜਿਹੜੀ ਉਹ ਵੰਡ ਹੋਈ, ਉਸ ਵੰਡ ਦੇ ਵਿੱਚ 10 ਲੱਖ ਤੋਂ ਵੱਧ ਲੋਕ ਕਤਲ ਹੋਏ, ਕਤਲੇਆਮ ਹੋਇਆ, ਮਾਰੇ ਗਏ, ਧੀਆਂ ਭੈਣਾਂ ਦੀ ਬੇਇੱਜ਼ਤੀ ਹੋਈ। ਅੱਜ ਤੱਕ ਉਹਨਾਂ ਲੋਕਾਂ ਨੂੰ ਸੁਰਤ ਨਹੀਂ ਆਈ ਕਿ ਉਹ ਐਡਾ ਵੱਡਾ ਜਿਹੜਾ ਕਤਲੇਆਮ ਹੋਇਆ ਤੇ ਉਹ ਇਸ ਰਾਜ ਪ੍ਰਬੰਧ ਦੇ ਜਾਂ ਉਸ ਟਾਈਮ 'ਤੇ ਜਿਹੜੇ ਅਗਵਾਈ ਕਰ ਰਹੇ ਸੀਗੇ ਮਹਾਤਮਾ ਗਾਂਧੀ ਜੀ, ਨਹਿਰੂ ਜੀ, ਆਪਣੇ ਸਰਦਾਰ ਵੱਲਭ ਭਾਈ ਪਟੇਲ ਜਾਂ ਜਿਹੜੇ ਹੋਰ ਸੀਗੇ ਧਿਰਾਂ ਸੀਗੀਆਂ,
ਉਹਨਾਂ ਦੇ ਮੱਥੇ ਦੇ ਉੱਤੇ ਵੱਡਾ ਕਲੰਕ ਆ ਕਿ ਜਿਨ੍ਹਾਂ ਨੇ ਧਰਮ ਤੇ ਜਾਤ ਪਾਤ ਦਾ ਜਿਹੜਾ ਮਸਲਾ ਬਣਾ ਕੇ ਇਸ ਨੂੰ ਤੇ ਲੋਕਾਂ ਨੂੰ ਆਪਸ ਵਿੱਚ ਲੜਾ ਕੇ ਤੇ ਇੰਨਾ ਵੱਡਾ ਨਰ ਸੰਸਾਰ ਹੋਇਆ, ਇੰਨੀ ਵੱਡੀ ਕਤਲੇਆਮ ਹੋਇਆ, ਇੰਨੀ ਵੱਡੀ ਗਿਣਤੀ 'ਚ ਲੋਕ ਮਾਰੇ ਗਏ, ਜਿਹਨੂੰ ਅੱਜ ਵੀ ਸੁਣ ਕੇ ਜਿਹੜੇ ਰੌਂਗਟੇ ਖੜੇ ਹੋ ਜਾਂਦੇ ਆ। ਉਸ ਤੋਂ ਬਾਅਦ ਜਿਹੜਾ ਪ੍ਰਬੰਧ ਆਇਆ, ਜਿਹੜਾ ਪ੍ਰਬੰਧ ਹੈ ਦੇਸ਼ ਦਾ, ਉਹ ਹੱਥ ਕਿਹਦੇ ਆਇਆ? ਸਵਾਲ ਇਹ ਆ, ਉਹ ਸਰਮਾਏਦਾਰਾਂ ਦੇ ਤੇ ਜ਼ਗੀਰਦਾਰਾਂ ਦੇ ਹੱਥ ਆਇਆ। ਉਹਨਾਂ ਦੇ ਹੱਥ ਆਉਣ ਨਾਲ ਜਿਹੜੀਆਂ ਜੋ ਵੀ ਇੱਥੇ ਨੀਤੀਆਂ ਬਣੀਆਂ ਉਹ ਸਰਮਾਏਦਾਰੀ ਵੱਲ ਨੂੰ, ਜ਼ਗੀਰਦਾਰ ਵੱਲ ਨੂੰ ਸਿੱਧਤ ਬਣੀਆਂ। ਲੋਕਾਂ ਦੀ ਜਿਸ ਪ੍ਰਬੰਧ ਪਿਛਲੇ 75 ਸਾਲਾਂ ਤੋਂ ਅਸੀਂ ਗਿਣ ਲਈਏ ਵੀ ਲੋਕਾਂ ਦੀ ਕੀ ਹਿੱਸੇਦਾਰੀ ਹੈ, ਲੋਕਾਂ ਦੀ ਇਹਦੇ 'ਚ ਕੋਈ ਹਿੱਸੇਦਾਰੀ ਨਹੀਂ। ਭਾਵੇਂ ਕਹਿਣ ਨੂੰ ਇਹ ਵੋਟਾਂ ਵਾ, ਵੀ ਵੋਟਾਂ ਵਾਲਾ ਪ੍ਰਬੰਧ ਆ, ਵੀ ਵੋਟਾਂ ਪੈਂਦੀਆਂ ਵਾ, ਪਰ ਵੋਟਾਂ ਜਿਹੜੀਆਂ ਉਹ ਲੈਣ ਵਾਸਤੇ ਜਿਹੜੇ ਆ ਉਹਨਾਂ ਨੇ ਬੜੇ ਜਿਹੜੇ ਆ ਉਹ ਪ੍ਰਪੰਚ ਰਚੇ ਹੋਏ ਆ, ਜਾਤ ਪਾਤ ਤੇ ਧਰਮਾਂ ਦੇ ਨਾਂ ਤੇ, ਫਿਰਕਿਆਂ ਦੇ ਨਾਂ ਤੇ ਲੜਾ ਪੜਾ ਕੇ, ਜਾਤਾਂ 'ਚ ਵੰਡ ਕੇ, ਧੜੇਬੰਦੀਆਂ 'ਚ ਵੰਡ ਕੇ ਉਹ ਵੋਟਾਂ ਲੈਣ ਦਾ ਉਹਨਾਂ ਨੇ ਜੁਗਾੜ ਕੀਤਾ ਹੋਇਆ ਵਾ। ਤੇ 5 ਸਾਲੀ ਉਹ ਵੋਟਾਂ ਲੈ ਜਾਂਦੇ ਆ। ਵੋਟਾਂ ਲੈ ਕੇ ਜਿਹੜੀ ਜਨਤਾ 135 ਕਰੋੜ ਹੁਣ ਹੋ ਚੁੱਕੀ ਆ ਇਸ ਟਾਈਮ, ਉਹਨਾਂ ਵੱਲ ਉਹਨਾਂ ਦਾ ਕੋਈ ਖਿਆਲ ਨਹੀਂ। ਜਿਹੜੇ 1% ਲੋਕ ਆ ਉਹਨਾਂ ਦੇ ਹੱਕ 'ਚ ਉਹ ਨੀਤੀਆਂ ਬਣਦੀਆਂ ਵਾ ਤੇ ਉਹੀ ਦੇਸ਼ ਤੇ ਰਾਜ ਕਰ ਰਹੇ ਆ। ਦੇਸ਼ ਦੇ ਉੱਤੇ ਜੋ ਕਾਬਜ਼ ਆ ਅੱਜ ਦੇ ਦੌਰ ਦੇ ਵਿੱਚ, ਜੋ ਕਾਬਜ਼ ਆ ਉਹ ਕਾਰਪੋਰੇਟ 142 ਕਾਰਪੋਰੇਟ ਘਰਾਣੇ ਆ। ਉਹਦੇ ਨਾਲ ਜਿਹੜੇ ਦੇਸ਼ ਦੇ ਨੇਤਾ ਵਾ ਕਿਸੇ ਵੀ ਪਾਰਟੀ ਦੇ, ਜਿਹੜੇ ਹਾਕਮ ਆ, ਜਿਹੜੇ ਹਾਕਮ ਜਮਾਤ ਹੈ, ਜਿਹੜੇ ਹਕੂਮਤ ਕਰਦੇ ਦੇਸ਼ ਦੇ ਉੱਤੇ, ਚਾਹੇ ਰਾਜਾਂ ਦੇ ਕਰਦੇ ਚਾਹੇ ਕੇਂਦਰ 'ਚ ਕਰਦੇ ਆ, ਉਹ ਲੋਕ ਆ। ਇਸ ਦੇ ਨਾਲ ਆਪਣੇ ਅਫਸਰਸ਼ਾਹੀ ਆ ਵੱਡੀ, IAS PCS IPS ਤੇ ਜ਼ਗੀਰਦਾਰ ਆ ਤੇ ਮਾਫੀਆ ਗਰੁੱਪ ਆ। ਅੱਜ ਜਿਹੜੇ ਨੇਤਾ ਵਾ, ਜਿਹੜੇ MLA ਬਣਦੇ, MP ਬਣਦੇ ਆ ਜਾਂ ਮੰਤਰੀ ਬਣਦੇ ਆ ਕੇਂਦਰ ਜਾਂ ਸੂਬਿਆਂ 'ਚ, ਉਹ ਅਸਲ ਜ਼ਗੀਰਦਾਰੀ ਦਾ ਰੂਪ ਧਾਰ ਗਿਆ। ਲੋਕਾਂ ਦੀ ਉਹਨਾਂ ਭ੍ਰਿਸ਼ਟਾਚਾਰ ਦੇ ਰਾਹੀਂ ਇੰਨੀ ਵੱਡੀ ਲੁੱਟ ਕੀਤੀ ਆ ਇਸ ਵਰਗ ਨੇ, ਅਫਸਰਾਂ ਨੇ, ਜ਼ਗੀਰਦਾਰਾਂ ਨੇ, ਦੂਜਿਆਂ ਨੇ, ਮਾਫੀਏ ਨੇ, ਕਾਰਪੋਰੇਟਾਂ ਨੇ ਇੰਨੀ ਵੱਡੀ ਲੁੱਟ ਕੀਤੀ ਆ। ਇਹ ਇਸ ਵੇਲੇ ਦੇਸ਼ ਦਾ 77% ਧਨ ਜਿਹੜਾ 1% ਲੋਕਾਂ ਕੋਲ ਪਹੁੰਚ ਚੁੱਕਾ। ਐਕਸਫੇਮ ਕੰਪਨੀ ਦੀਆਂ ਰਿਪੋਰਟਾਂ ਵਾ ਤੇ 99% ਜਿਹੜੇ ਆ 135 ਕਰੋੜ ਲੋਕ ਆ ਉਹ ਭੁੱਖੇ ਮਰ ਰਹੇ ਆ। ਇਹ ਮਤਲਬ ਪ੍ਰਧਾਨ ਜੀ ਤੁਹਾਡੇ ਜਿਹੜੇ ਗੱਲਾਂ ਦਾ ਬੋਲਦਾ ਇਹ ਮਤਲਬ ਆ ਵੀ ਲੋਕਾਂ ਦਾ ਇਹ ਜਿਹੜਾ ਪ੍ਰਬੰਧ ਆ ਇਹ ਲੋਕਾਂ ਦੇ ਵਾਸਤੇ ਨਹੀਂ ਹੈਗਾ, ਬਲਕਿ ਇਹ ਕਾਰਪੋਰੇਟ ਪੱਖੀ ਜਿਹੜਾ ਪ੍ਰਬੰਧ ਇਹ ਚੱਲ ਰਿਹਾ ਵਾ। ਤੇ ਫਿਰ ਇਹ ਕਾਰਪੋਰੇਟ ਪੱਖੀ ਨੀਤੀਆਂ ਹੋਣ ਦੇ ਕਾਰਨ ਇਹ ਲੋਕਾਂ ਦੇ ਉੱਤੇ ਜਾਂ ਜਨਤਾ ਦੇ ਉੱਤੇ ਕੀ ਸਮਾਜਿਕ, ਆਰਥਿਕ, ਰਾਜਨੀਤਿਕ ਜਾਂ ਫਿਰ ਧਾਰਮਿਕ ਪ੍ਰਭਾਵ ਕੀ ਪਏ ਨੇ? ਮਤਲਬ ਇਹਦੇ ਬਾਰੇ ਥੋੜਾ ਜਾਣਨਾ ਤੁਸੀਂ। ਹਾਂ, ਜੋ ਇਹ ਪ੍ਰਬੰਧ ਚੱਲ ਰਿਹਾ ਵਾ ਇਹ ਪ੍ਰਬੰਧ ਕਾਰਪੋਰੇਟ ਪੱਖੀ ਆ, 1% ਲੋਕਾਂ ਵਾਸਤੇ ਆ ਤੇ ਉਹ ਦੇਸ਼ ਦੇ ਹਰ ਆਰਥਿਕ ਸੋਮੇ ਤੇ, ਜੋ ਵੀ ਦੇਸ਼ ਦੇ ਆਰਥਿਕ ਸੋਮੇ ਆ ਜਾਂ ਜਨਤਕ ਅਦਾਰੇ ਆ ਜਿਹੜੇ ਜਨਤਾ ਦੇ ਪੈਸੇ ਨਾਲ ਬਣੇ ਆ, ਉਹਨਾਂ ਉੱਤੇ ਉਹ ਕਾਬਜ਼ ਹੋ ਗਿਆ। ਜੋ ਵੀ ਦੇਸ਼ ਦੇ ਵਿੱਚ ਨੀਤੀ ਚੱਲ ਰਹੀ ਆ 1992 ਤੋਂ ਬਾਅਦ, 90 ਤੋਂ ਬਾਅਦ, 92 ਤੋਂ ਬਾਅਦ, ਉਹ ਨੀਤੀ ਦੇ ਉੱਤੇ ਚੱਲਦੇ ਹੋਏ ਪਿਛਲੇ 30 ਸਾਲ ਦੇ ਵਿੱਚ ਜਿਹੜੇ ਕੋਈ ਜਨਤਕ ਅਦਾਰੇ ਬਣੇ ਵੀ ਸੀਗੇ, ਜਿਹੜੇ ਮਤਲਬ ਕੋਈ ਸਕੂਲ ਸੀ, ਕੋਈ ਹਸਪਤਾਲ ਸੀ, ਕੋਈ ਯੂਨੀਵਰਸਿਟੀਆਂ ਸੀਗੀਆਂ, ਕੋਈ ਬਿਜਲੀ ਦੇ ਅਦਾਰੇ ਸੀਗੇ, ਜਾਂ LIC ਸੀ, ਜਾਂ ਰੇਲਵੇ ਸੀ, ਬੈਂਕਾਂ ਸੀ, ਹੋਰ ਇਸ ਤਰ੍ਹਾਂ ਦੇ ਅਦਾਰੇ ਜਿਹੜੇ ਆ, 에ਅਰ ਇੰਡੀਆ ਸੀ, ਇਹ ਸਾਰੇ ਅਦਾਰੇ ਜਿਹੜੇ ਆ ਉਹ ਨਿੱਜੀ ਹੱਥਾਂ 'ਚ ਦਿੱਤੇ ਜਾ ਰਹੇ ਆ। ਦੇ ਦਿੱਤੇ ਗਏ ਆ ਬਹੁਤੇ, ਅਗਲੇ ਦਿੱਤੇ ਜਾ ਰਹੇ ਆ। ਇਸ ਟਾਈਮ ਦੇ ਉੱਤੇ ਤੇ ਆਪਾਂ ਕਹਿ ਸਕਦੇ ਹਾਂ ਵੀ ਜੋ ਵੀ ਮੁੱਢਲੀਆਂ ਲੋੜਾਂ ਵਾ ਲੋਕਾਂ ਦੀਆਂ, 5 ਮੁੱਢਲੀਆਂ ਲੋੜਾਂ ਹੁੰਦੀਆਂ ਵਾ: ਸਿਹਤ, ਸਿੱਖਿਆ, ਸੜਕਾਂ, ਬਿਜਲੀ ਤੇ ਪੀਣ ਵਾਲਾ ਪਾਣੀ। ਇਹ 5 ਚੀਜ਼ਾਂ ਤੋਂ ਸਰਕਾਰਾਂ ਭੱਜ ਚੁੱਕੀਆਂ ਵਾ, ਚਾਹੇ ਉਹ ਕੇਂਦਰ ਦੀ ਹੈ ਚਾਹੇ ਉਹ ਸੂਬਿਆਂ ਦੀ ਹੈ, ਤੇ 5 ਚੀਜ਼ਾਂ ਹੀ ਪ੍ਰਾਈਵੇਟ ਹੱਥਾਂ 'ਚ, ਨਿੱਜੀ ਹੱਥਾਂ 'ਚ ਦੇ ਦਿੱਤੀਆਂ ਤੇ ਲੋਕਾਂ ਦੀ ਪਹੁੰਚ ਤੋਂ ਇਹ ਚੀਜ਼ਾਂ ਜਿਹੜੀਆਂ ਬਾਹਰ ਹੋ ਗਈਆਂ। ਜਿਹੜੀ ਚੀਜ਼ ਪ੍ਰਾਈਵੇਟ ਹੱਥਾਂ 'ਚ ਚੱਲ ਜਾਂਦੀ ਆ ਉਹ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਜਾਂਦੀ ਆ। ਅੱਜ ਲੋਕ ਸਿੱਖਿਆ ਤੋਂ ਵਾਂਝੇ ਆ, ਸਿਹਤ ਸਹੂਲਤਾਂ ਤੋਂ ਵਾਂਝੇ ਆ, ਸੜਕਾਂ 'ਤੇ ਚੜ੍ਹਨ ਤੋਂ ਵਾਂਝੇ ਆ, ਸੜਕਾਂ 'ਤੇ ਟੋਲ ਪਲਾਜ਼ੇ ਲੱਗੇ ਹੋਏ ਆ, ਬਿਜਲੀ ਤੋਂ ਵਾਂਝੇ, ਜਿਹੜੇ ਬਿਜਲੀ ਦੀ ਵੰਡ ਦਾ ਕਾਨੂੰਨ ਮੋਦੀ ਸਾਹਿਬ ਲੈ ਕੇ ਆ ਗਏ ਆ, ਨੋਟੀਫਾਈ ਕਰਤਾ ਉਹਨਾਂ ਨੇ। ਉਹਦੇ ਤਹਿਤ ਬਿਜਲੀ ਦੀ ਸਪਲਾਈ ਵੀ ਪ੍ਰਾਈਵੇਟ ਹੱਥਾਂ 'ਚ ਚੱਲ ਜਾਣੀ ਆ। ਪਹਿਲਾਂ ਜਿਹੜਾ ਬਿਜਲੀ ਬੋਰਡ ਹੁੰਦੇ ਸੀਗੇ, ਜਿਹੜਾ ਪੰਜਾਬ ਦੀ ਗੱਲ ਕਰ ਲਈਏ ਤੇ ਪੰਜਾਬ ਦੇ ਵਿੱਚ 1948 ਦੇ ਵਿੱਚ
ਬਿਜਲੀ ਬੋਰਡ ਬਣਿਆ ਸੀ, ਉਹਦੇ ਵਿੱਚ ਇੱਕ ਲਾਈਨ ਲਿਖੀ ਗਈ ਸੀ ਵੀ ਨੋ ਲੋਟ ਨੋ ਪ੍ਰੋਫਿਟ ਤੇ ਕੰਮ ਕਰੂਗਾ। ਇਹ ਤੋਂ ਕੋਈ ਆਪਾਂ ਮੁਨਾਫਾ ਨਹੀਂ ਕਮਾਉਣਾ, ਕੋਈ ਬਿਜਲੀ ਬੋਰਡ ਨੇ ਮੁਨਾਫਾ ਨਹੀਂ ਕਮਾਉਣਾ। ਸਸਤੀ ਬੱਤੀ ਮਿਲੂਗੀ ਜਾਂ ਮੁਫਤ ਮਿਲੂਗੀ, ਸਬਸਿਡੀ ਤੇ ਮਿਲੂਗੀ ਤੇ ਲੋਕਾਂ ਨੂੰ ਇਹ 'ਚ ਰੁਜ਼ਗਾਰ ਮਿਲੂਗਾ। ਮਿਲਿਆ ਵੀ, ਸਸਤੀ ਬੱਤੀ ਮਿਲੀ ਵੀ, ਪਰ 2003 ਦੇ ਵਿੱਚ ਜੋ ਪਾਰਲੀਮੈਂਟ ਦੇ ਵਿੱਚ ਵਾਜਪਾਈ ਦੀ ਸਰਕਾਰ ਸੀ, ਉਹ ਟਾਈਮ ਤੇ ਬਿਜਲੀ ਐਕਟ 2003 ਲੈ ਕੇ ਆਏ। ਉਹਦੇ ਨਾਲ ਜਿਹੜੀ ਬਿਜਲੀ ਆ ਉਹ ਨੋ ਲੋਡ ਨੋ ਪ੍ਰੋਫਿਟ ਦਾ ਲਫ਼ਜ਼ ਉਹ 'ਚੋਂ ਕੱਢਤਾ ਗਿਆ। ਉਹਦੇ ਵਿੱਚ ਪਾਤਾ ਗਿਆ ਵੀ ਹੁਣ ਬਿਜਲੀ ਤੋਂ ਵਪਾਰ ਕੀਤਾ ਜਾਊਗਾ। ਇਹਨੂੰ ਵਪਾਰਕ ਚੀਜ਼ ਬਣਾ ਦਿੱਤਾ ਗਿਆ, ਵਪਾਰਕ ਵਸਤੂ ਬਿਜਲੀ ਨੂੰ ਬਣਾ ਦਿੱਤਾ ਗਿਆ। ਤੇ ਜਿਹੜੇ 2003 ਐਕਟ ਬਣਿਆ, 2010 'ਚ ਪੰਜਾਬ 'ਚ ਉਹ ਬਿਜਲੀ ਦੀ ਜਿਹੜੇ ਨਿਗਮ ਬਣੇ, ਬਿਜਲੀ ਬੋਰਡ ਨਹੀਂ ਰਿਹਾ, ਪਾਵਰਕੌਮ ਬਣ ਗਈ, ਟਰਾਂਸਕੋ ਬਣ ਗਈ। ਉਹਦੇ ਤਹਿਤ ਅੱਗੇ ਜਾ ਕੇ ਤੁਸੀਂ ਇਹ ਦੇਖੋ ਵੀ ਬਿਜਲੀ ਜਿਹੜੀ ਆ ਉਹ ਲਗਾਤਾਰ ਮਹਿੰਗੀ ਹੁੰਦੀ ਗਈ, ਲੋਕਾਂ ਦੀ ਪਹੁੰਚ ਤੋਂ ਬਾਹਰ ਹੁੰਦੀ ਗਈ। ਤੇ ਬਿਜਲੀ ਜਿਹੜਾ ਵਾ ਬਿਜਲੀ ਉਤਪਾਦਨ ਕਰਨ ਦਾ ਕੰਮ, ਉਹਦੀ ਪ੍ਰੋਡਕਸ਼ਨ ਬਿਜਲੀ ਦੀ ਕਰਨ ਦਾ ਕੰਮ ਸਾਰਾ ਪ੍ਰਾਈਵੇਟ ਥਾਂ ਦੇ ਦਿੱਤਾ ਗਿਆ। ਤੇ ਹੁਣ ਬਿਜਲੀ ਸੋਧ ਬਿੱਲ 2020 ਲੈ ਕੇ ਆਏ। ਜਦੋਂ 20 ਦੇ ਵਿੱਚ ਲੈ ਕੇ ਆਏ ਆ, ਦਿੱਲੀ ਅੰਦੋਲਨ ਚੱਲ ਰਿਹਾ ਸੀ, ਉਹਦੇ ਵਿੱਚ ਇਹ ਮੰਗ ਸੀ ਕਿਸਾਨ ਜਥੇਬੰਦੀਆਂ ਦੀ ਵੀ ਬਿਜਲੀ ਸੋਧ ਬਿੱਲ 2020 ਰੱਦ ਕੀਤਾ ਜਾਵੇ, ਪਰ ਉਹ ਰੱਦ ਨਹੀਂ ਕੀਤਾ। ਉਹਨੂੰ ਹੁਣ ਰੱਖ ਕੇ 8 ਅਗਸਤ ਨੂੰ ਪੇਸ਼ ਕੀਤਾ। ਉਹ ਸਟੈਂਡਿੰਗ ਕਮੇਟੀ ਕੋਲ ਇਸ ਵੇਲੇ ਪਿਆ ਹੋਇਆ ਵਾ। ਸਟੈਂਡਿੰਗ ਕਮੇਟੀ ਨੇ ਜੇ ਕੋਈ ਉੱਤੇ ਫੈਸਲਾ ਨਹੀਂ ਕੀਤਾ, ਪਰ ਕੇਂਦਰ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰਕੇ ਬਿਜਲੀ ਦੀ ਵੰਡ ਦਾ ਕਾਨੂੰਨ ਜਿਹੜਾ ਰੂਲਜ਼ 2022 ਆ, ਬਿਜਲੀ ਵੰਡ ਰੂਲਜ਼ 2022, ਉਹ ਕਾਨੂੰਨ ਬਣਾਤਾ ਵਾ। ਉਹਦੇ ਤਹਿਤ ਬੱਤੀ ਦੀ ਜਿਹੜੀ ਸਪਲਾਈ ਆ ਉਹ ਪੂਰੀ ਤਰ੍ਹਾਂ ਪ੍ਰਾਈਵੇਟ ਥਾਂ ਜਾਣ ਦੀ ਜਿਹੜੀ ਆ ਉਹ ਜਿਹੜੀ ਤਿਆਰੀ ਖਿੱਚਦੀ ਆ। ਆਪਣੇ ਕਾਨੂੰਨ ਲਾਗੂ ਹੋ ਗਿਆ ਦੇਸ਼ ਦੇ ਵਿੱਚ, ਤੇ ਜਿਹਦੇ ਨਾਲ ਬਹੁਤ ਵੱਡਾ ਇਫੈਕਟ ਪੈਣਾ। ਗਰੀਬ ਲੋਕਾਂ ਦੇ 135 ਕਰੋੜ ਲੋਕਾਂ ਦੇ ਜਿਹੜੀ ਪਹੁੰਚ ਤੋਂ ਬਾਹਰ ਬਿਜਲੀ ਵੀ ਹੋ ਜਾਣੀ ਆ। ਇਸ ਤਰ੍ਹਾਂ ਪੀਣ ਵਾਲਾ ਪਾਣੀ ਆ, ਪੀਣ ਵਾਲਾ ਪਾਣੀ ਇੱਕ ਕੁਦਰਤੀ ਚੀਜ਼ ਸੀ ਵੀ ਕੁਦਰਤੀ ਚੀਜ਼ ਆ, ਲੋਕਾਂ ਨੂੰ ਮੁਫਤ ਮਿਲਦੀ ਸੀ, ਜਿਸ ਤਰ੍ਹਾਂ ਮਰਜ਼ੀ ਲੋਕ ਉਹਨੂੰ ਵਰਤਦੇ ਸੀ। ਉਹ ਕੁਦਰਤੀ ਪਾਣੀ ਜਿਸ ਤਰ੍ਹਾਂ ਇਹਨਾਂ ਨੇ ਦੇਸ਼ ਦੇ ਵਿੱਚ ਪਹਿਲਾਂ 2005 ਵਰਲਡ ਬੈਂਕ ਨੇ ਉਹ ਨੀਤੀ ਬਣਾਈ ਆ। ਉਸ ਤੋਂ ਬਾਅਦ 2012 'ਚ ਜਿਹੜਾ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਸੀਗੇ, ਯੂਪੀਏ ਦੀ ਸਰਕਾਰ ਸੀ ਜਿਹੜੀ 2, ਉਹਨਾਂ ਨੇ ਨੀਤੀ ਬਣਾਈ ਆ। ਉਹ ਨੀਤੀ ਦੇ ਤਹਿਤ ਇਹਨਾਂ ਨੇ ਪਾਣੀ ਨੂੰ ਵਸਤੂ ਬਣਾਤਾ ਵੀ ਪਾਣੀ ਹੁਣ ਵਸਤੂ ਆ, ਇਹਨੂੰ ਵੇਚਿਆ ਜਾ ਸਕਦਾ। ਬੜੀ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਪਹਿਲੇ ਹਰੇ ਇਨਕਲਾਬ ਦੇ ਨਾਲ ਜਿਹੜਾ ਵਾ ਪਾਣੀ ਖਰਾਬ ਕੀਤਾ ਗਿਆ। ਧਰਤੀ ਹੇਠਲਾ ਪਾਣੀ ਵੀ ਜ਼ਹਿਰੀ ਬਣਾਇਆ ਗਿਆ, ਉਹਨੂੰ ਮੁਕਾਇਆ ਗਿਆ। ਪਾਣੀ ਥੱਲੇ ਖੜਾ ਪੰਜਾਬ ਦੇ ਵਿੱਚ ਝੋਨਾ ਲਵਾ ਕੇ ਤੇ ਕਣਕ ਦਾ ਗੇੜ ਬਣਾ ਕੇ ਉਹਦਾ ਆਪਣੇ ਪਾਣੀ ਮੁਕਾਉਣ ਦੀ ਗੱਲ ਕੀਤੀ ਗਈ ਹੈ ਤੇ ਉਹਨੂੰ ਗੰਦਾ ਕੀਤਾ ਗਿਆ। ਸੰਤਾ ਪਾਣੀ ਜਿਹੜਾ ਵੇਸਟ ਪਾਣੀ ਆ ਉਹ ਧਰਤੀ ਥੱਲੇ ਪਾਇਆ ਜਾ ਰਿਹਾ ਵਾ। ਇਸ ਤਰ੍ਹਾਂ ਧਰਤੀ ਦੇ ਉੱਪਰਲਾ ਪਾਣੀ ਜਿਹੜਾ ਉਹ ਵੀ ਖਰਾਬ ਕੀਤਾ ਗਿਆ। ਦਰਿਆਵਾਂ 'ਚ ਗੰਦਾ ਪਾਣੀ ਪੈ ਰਿਹਾ ਵਾ, ਪ੍ਰਦੂਸ਼ਿਤ ਸ਼ਹਿਰਾਂ ਦਾ ਪੈ ਰਿਹਾ, ਸੀਵਰੇਜ ਦਾ ਪੈ ਰਿਹਾ, ਤੇ ਫੈਕਟਰੀਆਂ ਦਾ ਪਾਣੀ ਜਿਹੜਾ ਗੰਦਾ ਉਹ ਪੈ ਰਿਹਾ ਵਾ। ਪੂਰੇ ਪੰਜਾਬ ਦਾ ਪਾਣੀ ਅੱਜ ਜਿਹੜਾ ਗੰਦਲਾ ਹੋ ਗਿਆ, ਭਾਵੇਂ ਉਹ ਦਰਿਆ ਵਾ, ਭਾਵੇਂ ਉਹ ਨਹਿਰਾਂ ਵਾ, ਭਾਵੇਂ ਉਹ ਡਰੇਨਾਂ ਵਾ, ਸਾਰੇ ਥਾਂ ਗੰਦਾ ਪਾਣੀ ਗੈਰ ਕਾਨੂੰਨੀ ਤੌਰ ਤੇ ਜਿਹੜਾ ਉਹ ਪਾਇਆ ਜਾ ਰਿਹਾ ਵਾ। ਪਾਣੀ ਹੁਣ ਧਰਤੀ ਹੇਠਲਾ ਵੀ ਖਰਾਬ ਕਰਤਾ, ਧਰਤੀ ਦੇ ਉੱਪਰਲਾ ਵੀ ਖਰਾਬ ਕਰਤਾ। ਹੁਣ ਉਹ ਪਾਣੀ ਨੂੰ ਵੇਚਣ ਦਾ ਜਿਹੜਾ ਵਾ ਕਾਨੂੰਨ ਲੈ ਕੇ ਆ ਗਿਆ। ਇਹ ਵੇਲੇ ਪੰਜਾਬ 'ਚ 10-15 ਪ੍ਰੋਜੈਕਟ ਪਰ ਲੱਗ ਰਹੇ ਆ, ਪ੍ਰਾਈਵੇਟ ਕੰਪਨੀਆਂ ਲਾ ਰਹੀਆਂ ਵਰਲਡ ਬੈਂਕ ਦੀਆਂ ਹਦਾਇਤਾਂ ਦੇ ਉੱਤੇ। ਤੇ ਮਾਨ ਸਾਹਿਬ ਦੀ ਸਰਕਾਰ, ਭਗਵੰਤ ਮਾਨ ਦੀ, ਉਹਦੇ ਤੇ ਬੜੀ ਤੇਜ਼ੀ ਨਾਲ ਚੱਲ ਰਹੀ ਆ। ਤੇ ਪਾਣੀ ਅਸੀਂ ਪਿਛਲੀ ਵਾਰ ਭਾਵੇਂ ਇਹਦਾ ਵਿਰੋਧ ਵੀ ਕੀਤਾ, 5 ਦਿਨ ਦੇ ਧਰਨੇ ਵੀ ਲਗਾਤਾਰ ਇਹਨਾਂ ਦੇ ਖਿਲਾਫ ਲਾਏ ਪਾਣੀ ਬਚਾਉਣ ਵਾਸਤੇ, ਪਰ ਉਹ ਪਾਣੀ ਦੀ ਜਿਹੜੀ ਨੀਤੀ ਆ, ਇਹਨਾਂ ਦੀ ਜਲ ਨੀਤੀ ਆ, ਉਹ ਪ੍ਰਾਈਵੇਟ ਥਾਂ ਦੇਣ ਵਾਸਤੇ ਆ। ਵੀ ਨਹਿਰੀ ਪ੍ਰੋਜੈਕਟ ਲੱਗ ਰਹੇ ਆ, ਉਹਦੇ ਤਹਿਤ ਪਾਣੀ ਨਹਿਰੀ ਸਾਫ਼ ਕਰਕੇ ਹੁਣ ਜਿਹੜੀ ਕੰਪਨੀਆਂ ਵਾ, ਪ੍ਰਾਈਵੇਟ ਕੰਪਨੀਆਂ ਵਾ, ਉਹ ਪਾਣੀ ਲੋਕਾਂ ਨੂੰ ਦੇਣਗੀਆਂ। ਇੱਕ ਦਿਨ ਇਸ ਤਰ੍ਹਾਂ ਦਾ ਆਊਗਾ ਜਦੋਂ ਡੀਜ਼ਲ ਪੈਟਰੋਲ ਨਾਲੋਂ ਮਹਿੰਗਾ ਇਹ ਪਾਣੀ ਮਿਲੂਗਾ। ਮੇਰੇ ਕਹਿਣ ਦਾ ਭਾਵ ਇਹ ਆ ਵੀ 5 ਚੀਜ਼ਾਂ, ਸਿਹਤ, ਸਿੱਖਿਆ, ਸੜਕਾਂ, ਪੀਣ ਵਾਲਾ ਪਾਣੀ ਤੇ ਬਿਜਲੀ, ਲੋਕਾਂ ਦੀ ਪਹੁੰਚ ਤੋਂ ਜਿਹੜੇ ਬਾਹਰ ਹੋ ਗਏ ਆ। ਤੇ ਇਹ ਜਿਹੜੇ ਇਹਦੇ ਨਾਲ ਲੋਕਾਂ ਦੀ ਜੀਵਨ ਦੇ ਉੱਤੇ ਬੜਾ ਵੱਡਾ ਪ੍ਰਭਾਵ ਪੈ ਰਿਹਾ। ਲੋਕ ਜਿਹੜੇ ਆ ਇਸ ਵੇਲੇ ਸਮਾਜਿਕ ਤੌਰ ਤੇ ਤਾਣਾ ਬਾਣਾ ਬਿਲਕੁਲ ਟੁੱਟ ਚੁੱਕਾ ਵਾ। ਸਮਾਜ ਦੇ ਤੌਰ ਤੇ ਲੋਕ ਜਿਹੜੇ ਉਹਨਾਂ 'ਚ ਵੰਡੀਆਂ ਪਈਆਂ ਹੋਈਆਂ ਵਾ, ਨਿਗਾਰ ਆ, ਬੁਰੀ ਤਰ੍ਹਾਂ ਸਮਾਜ ਦਾ ਤਾਣਾ ਬਾਣਾ ਜਿਹੜਾ ਵਾ ਉਹ ਬਿਲਕੁਲੋਂ ਆਪਣਾ ਤੋੜ ਫੋੜ ਕਰਤੀ ਗਈ ਆ। ਇਹਦੇ ਨਾਲ ਜਿਹੜਾ ਆਰਥਿਕ ਤੌਰ ਤੇ ਆਰਥਿਕ ਜਿਹੜੀ ਹਾਲਤ ਆ ਉਹ ਲੋਕਾਂ ਦੀ ਬਹੁਤ ਖਰਾਬ ਹੋ ਗਈ ਆ। ਆਰਥਿਕ ਹਾਲਤ ਇੰਨੀ ਮਾੜੀ ਆ ਵੀ ਇੱਕ ਬੰਨੇ 99% ਲੋਕ ਅੱਜ 27 ਰੁਪਏ ਰੋਜ਼ ਤੇ ਗੁਜ਼ਾਰਾ ਕਰ ਰਹੇ ਆ, ਜਦੋਂ ਕਿ 1% ਲੋਕ ਜਿਹੜੇ ਆ ਉਹ ਬਹੁਤ ਵੱਡੀ ਪ੍ਰਾਪਰਟੀ ਇਕੱਠੀ ਕਰ ਗਏ। ਖਰਬਾਂ ਦੀ ਪ੍ਰਾਪਰਟੀ, ਖਰਬਾਂ ਡਾਲਰ ਦੀ ਪ੍ਰਾਪਰਟੀ ਇਕੱਠੀ ਕਰ ਚੁੱਕੇ ਆ। ਤੇ ਡਾਨੀ ਦੀ ਆਮਦਨ ਜੋ ਆ ਰਹੀ ਆ, ਅੰਕੜੇ ਆ ਰਹੇ ਆ ਵੀ ਉਹ 92 ਕਰੋੜ ਰੁਪਈਆ 1 ਘੰਟੇ ਦੀ ਡਾਨੀ ਦੀ, ਗੌਤਮ ਡਾਨੀ ਦੀ ਆਮਦਨ ਆ। ਤੇ ਉਹਦੇ ਕੋਲ ਦੁਨੀਆ ਦੇ ਵਿੱਚ ਇਹ ਵੇਲੇ ਦੂਜੇ ਨੰਬਰ ਦਾ ਅਮੀਰ ਆ।
142 ਘਰਾਣੇ ਜਿਹੜੇ ਲੁੱਟ ਰਹੇ ਆ, ਤੇ ਬਾਕੀ ਦੇ ਜਿਹੜੇ 1% ਲੋਕ ਆ ਉਹ ਲੁੱਟ ਰਹੇ ਆ, ਉਹ ਆਪਣਾ ਸਾਰੀਆਂ ਜ਼ਿੰਦਗੀ ਦੀਆਂ ਸਹੂਲਤਾਂ ਮਾਣ ਰਹੇ ਆ ਤੇ ਰਾਜ ਕਰ ਰਹੇ ਆ। ਤੇ ਦੂਸਰੇ ਪਾਸੇ ਆਰਥਿਕ ਤੌਰ ਤੇ ਜਿਹੜਾ ਐਡਾ ਵੱਡਾ ਇਹ ਪਾੜਾ ਪੈ ਗਿਆ ਵਾ, ਇਹਦੇ ਨਾਲ ਲੋਕ ਜਿਹੜੇ ਕਿਸਾਨ ਤੇ ਮਜ਼ਦੂਰ ਖੁਦਕੁਸ਼ੀਆਂ ਕਰ ਰਹੇ ਆ। ਲੋਕ 2 ਵੇਲੇ ਦੀ ਰੋਟੀ ਤੋਂ ਆਤ ਰਿਹਾ, 2 ਵੇਲੇ ਦੀ ਰੋਟੀ ਵੀ ਨਹੀਂ ਉਹਨਾਂ ਨੂੰ ਮਿਲ ਰਹੀ, ਤੇ ਸੜਕਾਂ ਦੇ ਉੱਤੇ ਹੀ ਉਹਨਾਂ ਦਾ ਰਹਿਣ ਬਸੇਰਾ ਹੋਵੇ, ਸੜਕਾਂ ਤੇ ਜੰਮਦੇ, ਸੜਕਾਂ ਤੇ ਉਹ ਮਰ ਜਾਂਦੇ ਆ। ਇਹਦੇ ਨਾਲ ਬੇਰੁਜ਼ਗਾਰੀ ਫੈਲ ਰਹੀ ਹੈ। ਜੋ ਇਹ ਨੀਤੀਆਂ ਆਈਆਂ ਨਿੱਜੀਕਰਨ ਦੀਆਂ, ਆਰਥਿਕ ਨੀਤੀਆਂ, ਨਵੀਆਂ ਆਧਾਰ ਨੀਤੀਆਂ ਲੈ ਕੇ ਆਏ ਆ, ਇਹਦੇ ਨਾਲ ਬੇਰੁਜ਼ਗਾਰੀ ਫੈਲ ਰਹੀ ਆ, ਇਹਦੇ ਨਾਲ ਮਹਿੰਗਾਈ ਵੱਧ ਰਹੀ ਆ, ਇਹਦੇ ਨਾਲ ਬੇਕਾਰੀ ਵੱਧ ਰਹੀ ਆ, ਅਨਪੜ੍ਹਤਾ ਵੱਧ ਰਹੀ ਆ, ਇਹਦੇ ਨਾਲ ਜਿਹੜਾ ਦੇਸ਼ ਦਾ ਸਾਰਾ ਤਾਣਾ ਬਾਣਾ ਟੁੱਟ ਰਿਹਾ। ਤੇ ਰਾਜਨੀਤਿਕ ਤੌਰ ਤੇ, ਜੇ ਰਾਜਨੀਤਿਕ ਤੌਰ ਤੇ ਆਪਾਂ ਗੱਲ ਕਰੀਏ ਵੀ ਰਾਜਨੀਤਿਕ ਤੌਰ ਤੇ ਕੀ ਹਾਲਤ ਆ। ਹਾਂ, ਤੇ ਪ੍ਰਧਾਨ ਜੀ ਤੁਸੀਂ ਹੁਣ ਇਹ ਦੱਸੋ ਵੀ ਇਹ ਸਾਰੀ ਜਿਹੜੀ ਤੁਸੀਂ ਗੱਲ ਦੱਸੀ ਆ, ਹੁਣ ਇਸ ਦੇ ਆਪਾਂ ਜੇ ਹੱਲ ਦੀ ਗੱਲ ਕਰੀਏ, ਹੱਲ ਵੱਲ ਨੂੰ ਵਧੀਏ, ਤੇ ਇਸ ਦਾ ਫਿਰ ਤੁਹਾਡੇ ਵੱਲੋਂ ਕੀ ਹੱਲ ਹੈ, ਜਾਂ ਤੁਹਾਡੀ ਜਥੇਬੰਦੀ ਵੱਲੋਂ ਇਸ ਦਾ ਕੀ ਹੱਲ ਮੰਨ ਕੇ ਆਪਾਂ ਚੱਲਦੇ ਹਾਂ, ਜਾਂ ਤੁਹਾਡੀ ਜਥੇਬੰਦੀ ਦੀ ਕੀ ਰਾਜਨੀਤਿਕ ਵਿਚਾਰਧਾਰਾ ਹੈ ਇਸ ਸਾਰੀਆਂ ਚੀਜ਼ਾਂ ਨੂੰ ਲੈ ਕੇ, ਉਹਦੇ ਬਾਰੇ ਥੋੜਾ। ਹਾਂ, ਉਹ ਵੀ ਦੱਸਦੇ ਆ ਬੇਟਾ। ਤੇ ਇਹਦੇ ਨਾਲ ਇਹ ਆ ਵੀ ਮੈਂ ਰਾਜਨੀਤਿਕ ਹਾਲਤ ਤੇ ਗੱਲ ਕਰ ਰਿਹਾ ਸੀ ਵੀ ਰਾਜਨੀਤਿਕ ਤੌਰ ਤੇ ਬਹੁਤ ਬੁਰੀ ਤਰ੍ਹਾਂ ਇੱਕ ਖਿਲਾਫ ਪੈਦਾ ਹੋਇਆ ਵਾ। ਸਾਰਾ ਰਾਜਨੀਤਿਕ ਤਾਣਾ ਬਾਣਾ ਭ੍ਰਿਸ਼ਟ ਹੋ ਗਿਆ, ਭ੍ਰਿਸ਼ਟਾਚਾਰ ਤੇ ਦੀ ਨੀਂਹ ਰੱਖੀ ਗਈ ਆ। ਅਸਲ ਦੇ ਵਿੱਚ ਜਿਹੜੇ ਕਾਰਪੋਰੇਟ ਆ, ਉਹਨਾਂ ਦੀ ਜਿਹੜੇ ਹਾਕਮ ਆ ਦੇਸ਼ ਦੇ, ਚਾਹੇ ਉਹ ਕੇਂਦਰ ਦੀ ਸਰਕਾਰ ਹੈ ਚਾਹੇ ਸੂਬੇ ਦੀ ਸਰਕਾਰਾਂ ਵਾ, ਉਹ ਇੱਕ ਹਿਸਾਬ ਦੇ ਸੇਵਾਦਾਰ ਬਣੇ ਹੋਏ ਆ। ਉਹਨਾਂ ਹੱਥ ਬੰਨ੍ਹ ਕੇ ਉਹਨਾਂ ਦੀਆਂ ਨੀਤੀਆਂ ਲਾਗੂ ਕਰ ਰਹੇ ਆ। ਇੱਕ ਹਿਸਾਬ ਨਾਲ ਜਿਹੜਾ ਦਲਾਲ ਦਾ ਰੋਲ ਆ ਉਹ ਅਦਾ ਕਰ ਰਹੇ ਆ। ਇਸ ਕਰਕੇ ਜਿਹੜਾ ਪੂਰੀ ਤਰ੍ਹਾਂ ਇਹ ਭ੍ਰਿਸ਼ਟ ਲਾਣਾ ਬਾਣਾ ਵਾ, ਇਹ ਬਹੁਤ ਵੱਡਾ ਨਗਾਰ ਆ। ਲੋਕਾਂ ਦੇ ਨਫ਼ਰਤ ਦਾ ਪਾਤਰ ਬਣ ਗਿਆ। ਲੋਕ ਅੱਜ ਇਹਨਾਂ ਨੂੰ ਬਿਲਕੁਲੋਂ ਵੀ ਜਿਹੜਾ ਉਹ ਕਹਿ ਲੋਕ ਇਹ ਸਮਝ ਕੇ ਗੱਲ, ਨੇਤਾ ਤੇ ਭ੍ਰਿਸ਼ਟ ਦੋਵੇਂ ਸ਼ਬਦ ਇੱਕਮਿਕ ਹੋ ਚੁੱਕੇ ਆ ਇਹ ਵੇਲੇ ਦੇਸ਼ ਦੇ ਵਿੱਚ। ਤੇ ਇਹ ਰਾਜਨੀਤਿਕ ਹਾਲਤ ਕਰਕੇ ਬਹੁਤ ਵੱਡੀ ਜਿਹੜੀ ਆ ਦੇਸ਼ ਦੇ ਵਿੱਚ ਉਥਲ ਪੁਥਲ ਆ, ਲੋਕਾਂ 'ਚ ਬੇਚੈਨੀ ਆ। ਇਸੇ ਤਰੀਕੇ ਨਾਲ ਧਾਰਮਿਕ ਹਾਲਤ ਹੈ ਜਿਹੜੀ, ਉਹਦੇ ਤੋਂ ਇਹਨਾਂ ਨੇ ਆਪਣੀਆਂ ਵੋਟਾਂ ਦਾ ਜੁਗਾੜ ਕੀਤਾ ਹੋਇਆ। ਲੋਕਾਂ ਨੂੰ ਧਰਮਾਂ ਦੇ, ਜਾਤਾਂ ਪਾਤਾਂ ਦੇ ਨਾਂ 'ਤੇ ਲੜਾਉਂਦੇ। ਉਹ 99% ਲੋਕ ਦੇ ਜਥੇਬੰਦ ਨਾ ਹੋ ਜਾਣ, ਆਪਣੇ ਮਸਲੇ ਆਪਣੇ ਹੱਕ ਨਾਲ ਠਾ ਲੈਣ। ਜਿਹੜੇ ਗਰੀਬ ਲੋਕ 135 ਕਰੋੜ ਲੋਕ, ਉਹਨਾਂ ਨੂੰ ਇਹਨਾਂ ਨੇ ਜਾਤਾਂ 'ਚ, ਧਰਮਾਂ 'ਚ, ਫਿਰਕਿਆਂ 'ਚ ਉਹਨਾਂ ਦੀ ਅਨਪੜ੍ਹਤਾ ਦਾ ਫਾਇਦਾ ਉਠਾ ਕੇ, ਉਹਨਾਂ ਦੀ ਗਿਆਨ ਨਾ ਹੋਣ ਦਾ ਫਾਇਦਾ ਉਠਾ ਕੇ ਉਹਨਾਂ ਨੂੰ ਵੰਡਿਆ ਹੋਇਆ ਵਾ। ਉਹਨਾਂ ਨੂੰ ਲੜਾਉਂਦੇ ਆ, ਲੜਾ ਕੇ ਜਿਹੜੇ ਵੋਟਾਂ ਦੰਗੇ ਕਰਾਉਂਦੇ ਆ ਤੇ ਆਪਣੀਆਂ ਵੋਟਾਂ ਦਾ ਜੁਗਾੜ ਕੀਤਾ ਹੋਇਆ। ਇਹ ਭਾਵੇਂ ਅੱਜ ਦੀ ਜਿਹੜੀ ਕੇਂਦਰ ਦੇ ਵਿੱਚ ਹਕੂਮਤ ਆ, ਚਾਹੇ ਇਸ ਤੋਂ ਪਹਿਲਾਂ ਕਾਂਗਰਸ ਦੀ ਹਕੂਮਤ ਰਹੀ ਆ, ਉਹ ਵੀ ਇਹ ਖੇਡਾਂ ਖੇਡਦੇ ਰਹੇ ਦੇਸ਼ ਦੇ ਵਿੱਚ। ਇਸ ਤੋਂ ਬਾਅਦ ਹੁਣ ਜਿਹੜੀ 8 ਸਾਲ ਤੋਂ ਮੋਦੀ ਸਾਹਿਬ ਦੀ ਹਕੂਮਤ ਚੱਲ ਰਹੀ ਹੈ 14 ਤੋਂ, ਉਹ ਲਗਾਤਾਰ ਇਹਦੇ ਉੱਤੇ ਜਿਹੜਾ ਵਾ ਘੱਟ ਗਿਣਤੀ ਬਹੁ ਗਿਣਤੀ ਦਾ ਜਿਹੜਾ ਵਿਵਾਦ ਰਚ ਕੇ ਤੇ ਹਿੰਦੂ ਰਾਸ਼ਟਰ ਬਣਾਉਣ ਦੀਆਂ ਗੱਲਾਂ ਕਰ ਰਹੇ ਆ। ਹਿੰਦੂ ਰਾਸ਼ਟਰ ਜਿਹੜਾ ਬਣਾਉਣ ਦਾ ਜਿਹੜਾ ਪ੍ਰਪੰਚ ਰਚ ਕੇ ਤੇ ਬਹੁ ਗਿਣਤੀ ਲੋਕਾਂ ਦੀਆਂ ਵੋਟਾਂ ਲੈਣ ਦਾ ਜਿਹੜਾ ਵਾ ਉਹ ਉਹਨਾਂ ਨੇ ਟਕਵੰਜ ਕੀਤਾ ਹੋਇਆ। ਉਹਦੇ 'ਚ ਉਹ ਆਪਣੀ ਜਿਹੜੀ ਰਣਨੀਤੀ ਆ ਉਹਦੇ 'ਚ ਉਹ ਸਫਲ ਆ। ਤੇ ਇਸੇ ਤਰ੍ਹਾਂ ਬਾਕੀ ਦੇ ਜਿਹੜੇ ਰਾਜਾਂ ਦੇ ਵਿੱਚ ਵੀ ਆ, ਚਾਹੇ ਉਹ ਅਕਾਲੀ ਦਲ ਆ, ਚਾਹੇ ਕੋਈ ਹੋਰ ਇਸ ਤਰ੍ਹਾਂ ਦੀਆਂ ਖੇਤਰੀ ਮਾੜੀਆਂ ਮੋਟੀਆਂ ਜਿਹੜੀਆਂ ਜਥੇਬੰਦੀਆਂ, ਉਹ ਵੀ ਕੱਟੜਤਾ ਦੇ ਨਾਂ ਦੇ ਉੱਤੇ ਆਪਣਾ ਜਿਹੜਾ ਵਾ ਧਰਮ ਦੇ ਨਾਂ 'ਤੇ ਲੋਕਾਂ ਨੂੰ ਵੰਡ ਕੇ ਆਪਣੀ ਰਾਜਨੀਤੀ ਖੇਡ ਰਿਹਾ। ਇਹਦੇ ਨਾਲ ਲੋਕਾਂ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ। ਇਹਦੇ ਨਾਲ ਲੋਕਾਂ ਦੇ ਵਿੱਚ ਜਿਹੜਾ ਬਹੁਤ ਵੱਡਾ ਪਾੜਾ ਪੈ ਰਿਹਾ ਵਾ। ਉਹਨਾਂ ਨੂੰ ਸਮਝ ਨਹੀਂ ਲੱਗ ਰਹੀ ਵੀ ਸਾਡੀ ਜਿਹੜੀ ਰੋਜੀ ਰੋਟੀ ਦਾ ਸਵਾਲ ਆ ਉਹ ਕਿੱਧਰ ਚਲਾ ਗਿਆ। ਉਹਨੂੰ ਉਹ ਪਿੱਛੇ ਪਾ ਲੈਂਦੇ ਆ ਤੇ ਧਰਮਾਂ ਜਾਤਾਂ ਦੇ ਵਿੱਚ ਕਰਦੇ ਆ। ਇਸ ਕਰਕੇ ਜਿਹੜਾ ਧਾਰਮਿਕ ਤੌਰ ਤੇ ਆ, ਉਹਦੇ ਤੇ ਵੀ ਬੜੀ ਵੱਡੀ ਗਿਰਾਵਟ ਆਈ ਹੋਈ ਆ। ਤੇ ਧਾਰਮਿਕ ਜਿਹੜਾ ਵਾ ਉਹ ਕਰਮ ਕਾਂਡਾਂ 'ਚ ਘਿਰ ਗਿਆ। ਜਿਸ ਤਰ੍ਹਾਂ ਸਾਡੇ ਗੁਰੂਆਂ ਨੇ ਧਰਮ ਨੂੰ ਇੱਕ ਜਿਹੜਾ ਸੱਚੀ ਸੁੱਚੀ ਗੱਲ ਕਹੀ ਸੀ ਵੀ ਇਹ ਬੰਦੇ ਨੂੰ ਜ਼ਿੰਦਗੀ ਜਿਉਣ ਦਾ ਵਧੀਆ ਰਾਹ ਵਾ, ਉਹ ਅੱਜ ਕਰਮ ਕਾਂਡਾਂ 'ਚ ਘਿਰ ਗਿਆ, ਵਹਿਮਾਂ ਭਰਮਾਂ 'ਚ ਘਿਰ ਗਿਆ। ਉਹਦੇ ਨਾਲ ਬੜਾ ਕੁਝ ਜਿਹੜਾ ਵਾ ਇਹਨਾਂ ਨੇ ਲਪੇਟਤਾ। ਉਹੀ ਜਿਹੜਾ ਪਿਛਲਾ ਜਿਹੜਾ ਹੈਗਾ ਸੀ ਦੌਰ ਬ੍ਰਾਹਮਣਵਾਦ ਦਾ, ਉਹ ਸਾਰਾ ਲਪੇਟਿਆ। ਜਿਸ ਤਰ੍ਹਾਂ ਸਿੱਖ ਧਰਮ ਦੀ ਗੱਲ, ਉਹਦੇ ਨਾਲ ਉਹ ਸਾਰਾ ਬ੍ਰਾਹਮਣਵਾਦ ਉਹਨਾਂ ਨੇ ਲਪੇਟ ਘੱਤਿਆ ਵਾ। ਤੇ ਜਿਹੜੀ ਗੁਰੂ ਸਾਹਿਬ ਦੀ ਵਿਚਾਰਧਾਰਾ ਵਾ, ਤੇ ਉਹ ਵਿਚਾਰਧਾਰਾ ਨੂੰ ਉਹ ਲੋਕਾਂ ਵਿੱਚ ਨਹੀਂ ਜਾਣ ਦਿੰਦੇ। ਇਸ ਕਰਕੇ ਲੋਕਾਂ 'ਚ ਜਾਤ ਪਾਤ ਵਿਤਕਰੇ ਉਸੇ ਤਰ੍ਹਾਂ ਜਿਹੜੇ ਆ ਉਹ ਜਾਰੀ ਆ। ਇਹ ਬੜੀ ਵੱਡੀ ਜਿਹੜੀ ਚੁਣੌਤੀ ਆ ਇਹ ਵੇਲੇ। ਤੇ ਇਸ ਕਰਕੇ ਜਿਹੜੀ ਸਮਾਜਿਕ ਤੌਰ 'ਤੇ ਇਹ ਵੇਲੇ ਸਾਡੇ ਸਾਹਮਣੇ ਚੁਣੌਤੀ ਆ, ਆਰਥਿਕ ਤੌਰ 'ਤੇ ਚੁਣੌਤੀ ਆ, ਜਾਂ ਰਾਜਨੀਤਿਕ ਤੌਰ 'ਤੇ ਚੁਣੌਤੀ ਆ, ਤੇ ਧਾਰਮਿਕ ਤੌਰ 'ਤੇ ਚੁਣੌਤੀ ਆ। ਇਹਨਾਂ ਹਾਲਤਾਂ ਨੂੰ ਬਦਲਣ ਵਾਸਤੇ ਸਾਨੂੰ ਕੁਝ ਕਰਨਾ ਪਊਗਾ। ਉਹਦੇ ਲਈ ਸਾਡੀ ਜਥੇਬੰਦੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਰਣਨੀਤੀ ਲਿਖੀ ਗਈ ਆ। ਜਿਹੜਾ ਇੱਕ ਰਾਜਨੀਤਿਕ ਇੱਕ ਜਿਹੜਾ ਵਿਚਾਰਧਾਰਾ ਵੀ
ਲਿਖੀ ਗਈ ਆ। ਉਹਦੇ ਤਹਿਤ ਸਾਡਾ ਇਹੀ ਆ ਵੀ ਜਦੋਂ ਵੀ ਦੇਸ਼ ਦੇ ਕਿਸੇ ਰਾਜਨੀਤਿਕ ਹਾਲਤ ਨੂੰ ਬਦਲਣਾ ਹੋਵੇ ਜਾਂ ਉਹਦੀ ਆਪਣੇ ਧਾਰਮਿਕ ਹਾਲਤ ਨੂੰ ਬਦਲਣਾ ਜਾਂ ਆਪਣਾ ਆਰਥਿਕ ਹਾਲਤ ਨੂੰ ਬਦਲਣਾ ਹੋਵੇ, ਸਭ ਤੋਂ ਪਹਿਲਾਂ ਸਮਾਜਿਕ ਜਿਹੜੀ ਹਾਲਤ ਉਹ ਬਦਲਣੀ ਜ਼ਰੂਰੀ ਹੁੰਦੀ ਆ। ਸਭ ਤੋਂ ਪਹਿਲਾਂ ਸਮਾਜਿਕ ਚੇਤਨਾ ਉਹ ਜ਼ਰੂਰੀ ਹੁੰਦੀ ਆ ਕਿ ਸਮਾਜ 'ਚ ਸਾਨੂੰ ਜਾਣਾ ਪਊਗਾ। ਸਮਾਜ ਫਿਰ ਕਿੱਥੇ ਵੱਸਦਾ ਵਾ? ਸਮਾਜ ਇਸ ਵੇਲੇ ਪਿੰਡਾਂ 'ਚ ਵੱਸ ਰਿਹਾ। ਜਿਹੜੇ 6,75,000 ਪਿੰਡ ਆ ਦੇਸ਼ ਦੇ, 13,000 ਪੰਜਾਬ ਦੇ, ਉਹਨਾਂ 'ਚ ਸਾਨੂੰ ਜਾਣਾ ਪਊਗਾ। ਸ਼ਹਿਰੀ ਬਸਤੀਆਂ 'ਚ ਜਾਣਾ ਪਊਗਾ, ਗਰੀਬਾਂ ਦੀਆਂ ਬਸਤੀਆਂ 'ਚ ਜਾਣਾ ਪਊਗਾ। ਛੋਟੇ ਜਿਹੜੇ ਕਾਰਖਾਨਿਆਂ 'ਚ ਕੰਮ ਕਰਦੇ ਆ ਮਜ਼ਦੂਰ ਸਾਡੇ ਗਰੀਬ, ਉਹਨਾਂ 'ਚ ਜਾਣਾ ਪਊਗਾ। ਜਿੱਥੇ ਵੀ 135 ਕਰੋੜ ਕਿਸਾਨ ਮਜ਼ਦੂਰ ਭਾਈ ਲਾ ਲਓ ਜਿਹੜੇ ਵੱਸ ਰਹੇ ਆ, ਉੱਥੇ ਜਾ ਕੇ ਸਾਨੂੰ ਵਰਕ ਕਰਨਾ ਪਊਗਾ। ਉਹਦੇ ਲਈ ਆਪਣਾ ਇੱਕ ਤਾਣਾ ਬਾਣਾ ਬਣਾਉਣਾ ਪਊਗਾ, ਇੱਕ ਜਥੇਬੰਦਕ ਤਾਣਾ ਬਾਣਾ ਵੱਡੇ ਪੱਧਰ 'ਤੇ ਜਿਹੜਾ ਉਹ ਕਰਨਾ ਪਊ। ਅਤੇ ਜਿਹੜੇ ਆਗੂ ਆ ਉਹ ਬਹੁਤ ਪੱਧਰ ਉਹਨਾਂ ਦਾ ਬਹੁਤ ਉੱਚਾ ਹੋਵੇ, ਬਹੁਤ ਪੱਧਰ ਗਿਆਨ ਪੱਧਰ ਉਹਨਾਂ ਦਾ ਬਹੁਤ ਉੱਚਾ ਹੋਵੇ। ਹਰ ਚੀਜ਼ ਨੂੰ ਉਹ ਸਮਝਦੇ ਹੋਣ, ਉਹ ਦੇਸ਼ ਦੀ ਰਾਜਨੀਤੀ ਨੂੰ ਸਮਝਦੇ ਹੋਣ, ਉਹ ਸਮਾਜਿਕ ਹਾਲਤਾਂ ਨੂੰ ਸਮਝਦੇ ਹੋਣ, ਉਹ ਧਾਰਮਿਕ ਹਾਲਤਾਂ ਨੂੰ ਸਮਝਦੇ ਹੋਣ, ਉਹ ਆਰਥਿਕ ਹਾਲਤਾਂ ਨੂੰ ਸਮਝਦੇ ਹੋਣ, ਉਹ ਸਮਾਜਿਕ ਹਾਲਤਾਂ ਨੂੰ ਸਮਝਦੇ ਹੋਣ। ਉਹ ਸਾਰੀਆਂ ਹਾਲਤਾਂ ਦੇ ਉੱਤੋਂ ਉਹ ਪਕੜ ਉਹਨਾਂ ਦੀ ਹੋਵੇ ਅਤੇ ਉਹ ਜਿਹੜੇ ਕਾਰਕੁਨ ਪੈਦਾ ਕੀਤੇ ਜਾਣ, ਉਹ 12 ਮਹੀਨੇ 30 ਦਿਨ 24 ਘੰਟੇ ਹਰ ਵੇਲੇ ਜਿਹੜਾ ਵਾ ਉਹ ਲੋਕਾਂ ਵਾਸਤੇ ਤਤਪਰ ਰਹਿਣ। ਅਤੇ ਲੋਕਾਂ ਵਾਸਤੇ ਉਹਨਾਂ ਦੀ ਜ਼ਿੰਦਗੀ ਦਾ ਹੋਰ ਕੋਈ ਮਕਸਦ ਨਹੀਂ ਹੋਣਾ ਚਾਹੀਦਾ। ਉਹਨਾਂ ਦੀ ਜ਼ਿੰਦਗੀ ਦਾ ਇੱਕ ਹੀ ਮਕਸਦ ਹੋਵੇ ਕਿ ਅਸੀਂ ਇੱਥੇ ਲੋਕ ਪੱਖੀ ਅਤੇ ਕੁਦਰਤ ਪੱਖੀ ਜਿਹੜਾ ਉਹ ਰਾਜ ਪ੍ਰਬੰਧ ਸਾਰਨਾ ਵਾ, ਉਹਦੇ ਲਈ ਕੰਮ ਕਰਨਾ ਵਾ ਅਤੇ ਸਮਾਜ 'ਚ ਕੰਮ ਕਰਨਾ ਵਾ। ਸਮਾਜ 'ਚ ਜਿਹੜੀਆਂ ਸਮਾਜਿਕ ਹਾਲਤਾਂ ਵਾ, ਸਮਾਜਿਕ ਤਾਣਾ ਬਾਣਾ ਉਹਨੂੰ ਇਕੱਠਾ ਕਰਨਾ ਵਾ। ਸਮਾਜ ਜਿਹੜੀਆਂ ਵੰਡੀਆਂ ਪਈਆਂ ਹੋਈਆਂ ਉਹਨਾਂ ਨੂੰ ਜੋੜਨਾ ਵਾ। ਸਾਰੇ ਵਰਗਾਂ ਦੇ ਲੋਕਾਂ ਨੂੰ ਜਥੇਬੰਦ ਕਰਨਾ ਵਾ। ਜਿਸ ਤਰ੍ਹਾਂ ਕਿਸਾਨ ਆ ਉਹਨਾਂ ਨੂੰ ਜਥੇਬੰਦ ਕਰਨਾ ਵਾ। ਉਹ ਕਿਸਾਨ ਮਹਾਰਾਸ਼ਟਰ ਦੇ ਹੋਣ, ਉਹ ਯੂਪੀ ਦੇ ਹੋਣ, ਪੰਜਾਬ ਦੇ ਹੋਣ, ਕਿਸੇ ਦੇਸ਼ ਕਿਤੇ ਥਾਂ ਦੇ ਵੀ ਹੋਣ, ਉਹਨਾਂ ਦੇ ਮਸਲੇ ਇੱਕ ਆ, ਉਹਨਾਂ ਦੇ ਹਿੱਤ ਇੱਕ ਆ। ਉਹਨਾਂ ਸਾਰਿਆਂ ਨੂੰ ਇੱਕ ਥਾਂ ਕਰਕੇ ਉਹਨਾਂ ਨੂੰ ਜਥੇਬੰਦ ਕਰਨਾ ਵਾ। ਅਤੇ ਇਸੇ ਤਰ੍ਹਾਂ ਜਿਹੜਾ ਹੈਗਾ ਵਾ ਮਜ਼ਦੂਰਾਂ ਨੂੰ ਜਥੇਬੰਦ ਕਰਨਾ, ਗਰੀਬਾਂ ਨੂੰ ਜਥੇਬੰਦ ਕਰਨਾ ਅਤੇ ਨੌਜਵਾਨਾਂ ਨੂੰ ਜਥੇਬੰਦ ਕਰਨਾ। ਸਾਡੀਆਂ ਔਰਤਾਂ ਵਾ ਜਿਹੜੀਆਂ ਸਮਾਜ ਦੇ ਵਿੱਚ, ਜਿਨ੍ਹਾਂ ਨਾਲ ਬਹੁਤ ਵੱਡੇ ਜਿਹੜੇ ਜ਼ਬਰ ਅਤੇ ਜ਼ੁਲਮ ਹੋ ਰਹੇ ਆ, ਜਿਨ੍ਹਾਂ ਦੇ ਉੱਤੇ ਬੜਾ ਜਿਹੜੇ ਸੰਤਾਪ ਢਾ ਰਹੀਆਂ ਵਾ ਉਹ, ਅਤੇ ਉਹਨਾਂ ਨੂੰ ਜਥੇਬੰਦ ਕਰਨਾ ਵਾ। ਔਰਤ ਦੇ ਨਾਲ ਜਿਹੜੇ ਧੱਕੇ ਹੁੰਦੇ ਆ ਉਹਨਾਂ ਨੂੰ ਦੂਰ ਕਰਨ ਵਾਸਤੇ, ਅਤੇ ਨਾਲ ਜਿਹੜੇ ਇੱਕ ਰਾਜਨੀਤਿਕ ਚੇਤਨਾ ਭਰਨ ਵਾਸਤੇ, ਉਹਨਾਂ ਦੇ ਵਿੱਚ ਸਮਾਜਿਕ ਚੇਤਨਾ ਭਰਨ ਵਾਸਤੇ ਉਹਨਾਂ ਦੇ ਵਿੱਚ ਜਿਹੜਾ ਵਾ ਉਹ ਕੰਮ ਕਰਨਾ ਵਾ। ਉਹ ਕੰਮ ਕਰਕੇ ਉਹ ਕੰਮ ਤਾਂ ਹੀ ਹੋਊਗਾ ਜੇ ਅਸੀਂ ਇਹਨਾਂ ਸਾਰੇ ਵਰਗਾਂ 'ਚ, ਚਾਰੇ ਵਰਗਾਂ 'ਚ, ਪਿੰਡਾਂ ਦੇ ਵਿੱਚ, ਬਸਤੀਆਂ ਦੇ ਵਿੱਚ, ਮਜ਼ਦੂਰਾਂ ਦੇ ਵਿੱਚ ਕਮੇਟੀਆਂ ਬਣਾਵਾਂਗੇ। ਕਮੇਟੀਆਂ ਬਣਾ ਕੇ ਉੱਥੇ ਜਿਹੜੇ ਆ ਅਹੁਦੇਦਾਰ ਲਾਵਾਂਗੇ। ਉੱਥੇ ਜਿਹੜਾ ਵਾ ਉਹਨਾਂ ਦਾ ਜਥੇਬੰਦ ਢਾਂਚਾ ਬਣਾਵਾਂਗੇ। ਉਹ ਜਥੇਬੰਦ ਢਾਂਚਾ ਹੌਲੀ ਹੌਲੀ ਵਿਕਸਿਤ ਕਰਕੇ, ਬਹੁਤ ਪੱਧਰ ਉਹਨਾਂ ਦਾ ਉੱਚਾ ਕਰਕੇ, ਉਹਨਾਂ ਨੂੰ ਇਹਨਾਂ ਵਲਗਣਾਂ 'ਚੋਂ, ਸਾਰੀਆਂ ਵਲਗਣਾਂ 'ਚੋਂ ਅਸੀਂ ਕੱਢ ਸਕਦੇ ਹਾਂ। ਸਮਾਜਿਕ ਜਿਹੜੀਆਂ ਕ੍ਰਿਤੀਆਂ ਵਾ ਉਹ ਦੂਰ ਕਰ ਸਕਦੇ ਹਾਂ, ਅਤੇ ਜਿਹੜੀਆਂ ਧਾਰਮਿਕ ਕ੍ਰਿਤੀਆਂ ਵਾ ਉਹ ਦੂਰ ਕਰ ਸਕਦੇ ਹਾਂ, ਅਤੇ ਜਾਤਾਂ ਪਾਤਾਂ ਧਰਮਾਂ ਦੀਆਂ ਵਲਗਣਾਂ ਦੇ ਵਿੱਚੋਂ ਉਹਨਾਂ ਨੂੰ ਉੱਚਾ ਚੁੱਕ ਸਕਦੇ ਹਾਂ। ਜਿਸ ਤਰ੍ਹਾਂ ਗੁਰੂ ਸਾਹਿਬ ਨੇ ਆਖਿਆ, ਮਾਨਸ ਕੀ ਜਾਤ ਸਭੇ ਇੱਕ ਪਛਾਣਵੋ, ਸਭੇ ਸਾਂਝੀ ਵਾਲਤ ਦੇਣ ਕੋਈ ਨਾ ਦਿਸੇ ਬਾਰਾ ਜੀਓ। ਉਹਨਾਂ ਦੇ ਜਿਹੜੇ ਵਾਕ ਆ, ਅਤੇ ਉਹਨਾਂ ਦੇ ਵਾਕਾਂ ਦੇ ਉੱਤੇ ਜਿਹੜਾ ਵਾ ਅਸੀਂ ਇੱਕ ਪ੍ਰਬੰਧ ਗੁਰੂ ਸਾਹਿਬ ਦੀ ਵਿਚਾਰਧਾਰਾ ਨੂੰ ਲੈ ਕੇ ਜਿਹੜਾ ਵਾ ਇੱਕ ਪ੍ਰਬੰਧ ਪਿੰਡਾਂ 'ਚ ਸਾਰ ਸਕਦੇ ਹਾਂ। ਅਤੇ ਉਹ ਪ੍ਰਬੰਧ ਜਦੋਂ ਉਹ ਸਿਆਣੇ ਹੋ ਜਾਣ ਆਗੂ, ਜਦੋਂ ਉਹ ਸਾਰੀਆਂ ਹਾਲਤਾਂ ਨੂੰ ਸਮਝ ਜਾਣ, ਅਤੇ ਫਿਰ ਉਹ 100 ਆਗੂ, 200 ਆਗੂ, 150 ਆਗੂ ਪਿੰਡਾਂ ਦੇ ਵਿੱਚ ਇੱਕ ਪੈਦਾ ਹੋਵੇ, ਆਗੂ ਪੈਦਾ ਹੋਣ, ਸਾਰੇ ਲੋਕਾਂ ਦੀ ਏਕਤਾ ਹੋਵੇ। ਉਹ ਇਹਨਾਂ ਧੜੇਬੰਦੀਆਂ 'ਚੋਂ ਇਹਨਾਂ ਵੋਟਾਂ ਵਾਲੇ ਪ੍ਰਬੰਧ ਨੂੰ ਸਮਝ ਜਾਣ। ਇਹ ਵੋਟਾਂ ਵਾਲਾ ਪ੍ਰਬੰਧ ਹੈ ਕੀ ਆ? ਇਹ ਪ੍ਰਬੰਧ ਅਸਲ ਦੇ 'ਚ ਲੋਕਾਂ ਦਾ ਹੈਗਾ ਹੀ ਨਹੀਂ। ਇਹ ਥੋੜ੍ਹੇ ਜਿਹੇ ਲੋਕਾਂ, ਕਾਰਪੋਰੇਟਾਂ ਦਾ ਅਤੇ ਦੂਜੇ ਜਿਹੜੇ 1% ਵਰਗ ਆ ਉਹਨਾਂ ਦਾ ਇਹ ਪ੍ਰਬੰਧ ਆ। ਅਤੇ ਇਹਨੂੰ ਨਕਾਰ ਦੇਣ, ਇਹਨੂੰ ਨਕਾਰ ਕੇ ਆਪਣੇ ਫੈਸਲੇ ਫਿਰ ਉਹ ਆਪ ਕਰਨ। ਪਿੰਡਾਂ ਦੇ ਵਿੱਚ ਬੈਠ ਕੇ ਆਪਣੇ ਜਿਹੜੇ ਵਿਆਹ ਸ਼ਾਦੀਆਂ ਸਾਦੇ ਢੰਗ ਨਾਲ ਕਿਸ ਤਰ੍ਹਾਂ ਕਰਨੇ ਆ, ਮਰਨੇ ਪਰਨੇ ਸਾਦੇ ਢੰਗ ਨਾਲ ਕਿਸ ਤਰ੍ਹਾਂ ਕਰਨੇ ਆ, ਹੋਰ ਸਮਾਜਿਕ ਰਸਮਾਂ ਜਿਹੜੀਆਂ ਉਹ ਕਿਸ ਤਰ੍ਹਾਂ ਨਿਭਾਉਣੀਆਂ ਵਾ, ਉਹ ਸਾਰੇ ਫੈਸਲੇ ਉਹਨਾਂ ਦੇ ਆਪ ਦੇ ਹੋਣ। ਹੌਲੀ ਹੌਲੀ ਉਹ ਚੇਤਨਾ ਕਰਦਿਆਂ ਫਿਰ ਉਹ ਆਪਣੀ ਜਿਹੜੇ ਆਰਥਿਕ ਜਿਹੜੇ ਉਹਨਾਂ ਦੇ ਮੁੱਦੇ ਆ ਉਹਨਾਂ ਨੂੰ ਸਮਝਣ ਵੀ ਆਰਥਿਕ ਪਾੜਾ ਐਡਾ ਵੱਡਾ ਕਿਉਂ ਆ, ਉਹਦੇ ਖਿਲਾਫ ਅਸੀਂ ਕਿਸ ਤਰ੍ਹਾਂ ਲੜਨਾ ਵਾ। ਇਹ ਲੁੱਟ ਜਿਹੜੀ 1% ਲੋਕਾਂ ਨੇ ਕੀਤੀ ਹੋਈ ਆ, ਇਹ ਸਾਡੇ ਦੇਸ਼ ਦਾ ਧਨ ਆ, ਇਹ ਸਾਡਾ ਧਨ ਆ। ਅਤੇ ਉਹ ਫਿਰ ਉਹਨਾਂ 1% ਲੋਕਾਂ ਦੇ ਖਿਲਾਫ ਉਹ ਜਦੋਂ ਰਾਜਨੀਤਿਕ ਲਾਈਨ ਜਦੋਂ ਉਹਨਾਂ ਦੀ ਬਣ ਜੇ, ਰਾਜਨੀਤਿਕ ਉੱਤੇ ਸਮਝ ਬਣ ਜੇ, ਫਿਰ ਉਹਨਾਂ ਦੇ ਖਿਲਾਫ ਉਹ ਲੜਨ, ਉਹਨਾਂ ਦੇ ਖਿਲਾਫ ਜਿਹੜਾ ਯੁੱਧ ਕਰਨ, ਉਹਦੇ ਖਿਲਾਫ ਜਿਹੜਾ ਸੰਘਰਸ਼ ਦਾ ਰਸਤਾ ਜਿਹੜਾ ਵਾ ਉਹ ਅਖਤਿਆਰ ਕਰਨਗੇ। ਜਦੋਂ ਉਹਨਾਂ 'ਚ ਸਮਾਜਿਕ ਚੇਤਨਾ ਆਊਗੀ, ਫਿਰ ਉਹ ਰਾਜਨੀਤਿਕ ਲੜਾਈ ਜਿਹੜੀ ਆ, ਜੰਗ ਜਾਂ ਸੰਘਰਸ਼ ਆ, ਉਹ ਲੜਨ ਵਾਸਤੇ ਪੂਰੀ ਤਰ੍ਹਾਂ ਤਿਆਰ ਹੋ ਜਾਣਗੇ। ਅਤੇ ਇਹ
ਜਦੋਂ ਉਹ ਰਾਜਨੀਤਿਕ ਤੌਰ ਤੇ ਪਰਪੱਕ ਹੋ ਜਾਣਗੇ, ਲੜਨ ਵਾਸਤੇ ਤਿਆਰ ਹੋ ਜਾਣਗੇ, ਤੇ ਫਿਰ ਉਹ ਜਿਹੜੀਆਂ ਹੈਗੀਆਂ ਆਰਥਿਕ ਹਾਲਤਾਂ ਜਿਹੜੀਆਂ ਦੇਸ਼ ਦੀਆਂ ਉਹ ਬਦਲ ਸਕਦੇ ਆ। ਆਰਥਿਕ ਤੌਰ ਤੇ ਜਿਹੜਾ ਪਾੜਾ ਵਾ ਉਹਨੂੰ ਮਿਟਿਆ ਜਾ ਸਕਦਾ, ਤੇ ਇਹਨਾਂ ਕੋਲੋਂ ਸਾਰੇ ਜਿਹੜੀਆਂ ਜ਼ਮੀਨਾਂ ਜਾਇਦਾਦਾਂ ਲੋਕ ਫਿਰ ਆਪਣੀਆਂ ਲੈ ਲੈਣਗੇ, ਤੇ ਸਾਂਝੀ ਵੰਡ ਬਰਾਬਰਤਾ ਵਾਲਾ ਮਾਹੌਲ ਪੂਰੇ ਦੇਸ਼ ਦੇ ਵਿੱਚ ਪੰਜਾਬ 'ਚ ਉਹ ਸਾਡੀ ਬਣਾਉਣਾ ਚਾਹੁੰਦੇ ਆ। ਉਹ ਜਥੇਬੰਦੀ ਦੀ ਵਿਚਾਰਧਾਰਾ ਵੀ ਸਾਰੇ ਜਿਹੜੇ ਆ ਕੋਈ ਵੀ ਇੱਥੇ ਲੁੱਟਣ ਵਾਲਾ ਨਾ ਹੋਵੇ, ਕੋਈ ਲੁੱਟੇ ਜਾਣ ਵਾਲਾ ਹੋਵੇ, ਸਾਰੇ ਬਰਾਬਰ ਰਹਿਣ, ਸਾਰੇ ਸਾਂਝੀ ਵਾਲਤਾ ਹੋਵੇ, ਬਰਾਬਰਤਾ ਹੋਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦੇ ਭਲੇ ਵਾਲਾ ਰਾਜ ਹੋਵੇ। ਤੇ ਜਿਹਦੇ ਵਿੱਚ ਪਿੰਡਾਂ ਦੇ ਵਿੱਚ ਜਦੋਂ ਇਹ ਜਥੇਬੰਦ ਢਾਂਚਾ ਬਣ ਜੇ, ਉਥੋਂ ਬਾਅਦ ਫੈਸਲੇ ਪਿੰਡਾਂ 'ਚ ਹੋਣ ਵੀ ਹੁਣ ਅਸੀਂ ਕੋਈ ਵੀ ਕਿਸੇ ਦਾ ਥਾਣੇ ਨਹੀਂ ਜਾਣ ਦੇਣਾ, ਕੋਈ ਕਿਸੇ ਕਚਹਿਰੀ ਅਦਾਲਤ ਦੇ ਵਿੱਚ ਨਹੀਂ ਜਾਣ ਦੇਣਾ। ਉਹ ਪਿੰਡਾਂ 'ਚ ਬਹਿ ਕੇ ਸਾਰੇ ਫੈਸਲੇ ਆਪਣੇ ਉਹ ਕਰਨ, ਤੇ ਪਿੰਡਾਂ ਦੇ ਵਿੱਚ ਇੱਕ ਤਾਕਤ ਬਣ ਜੇ। ਉਹਦੇ ਨਾਲ ਨਸ਼ਿਆਂ ਦਾ ਖਾਤਮਾ, ਹੋਰ ਚੋਰੀਆਂ ਡਕੈਤੀਆਂ ਦਾ ਖਾਤਮਾ, ਹੋਰ ਜਿਹੜੇ ਅਪਰਾਧ ਚੱਲਦੇ ਆ ਉਹਨਾਂ ਸਾਰਿਆਂ ਦਾ ਖਾਤਮਾ ਬੜੇ ਚੰਗੇ ਤਰੀਕੇ ਨਾਲ ਹੀ ਕਰ ਸਕਦੇ ਆ। ਪਿੰਡਾਂ 'ਚ ਸ਼ਕਤੀ ਆ, ਪਿੰਡਾਂ ਦੀ ਸ਼ਕਤੀ ਸਾਨੂੰ ਜਿਹੜੀ ਗਾਂਹ ਕੱਢਣੀ ਪਊਗੀ। ਰਾਹ ਇਹ ਠੀਕ ਆ, ਰਾਹ ਇਹ ਬਹੁਤ ਔਖਾ ਵਾ, ਬਹੁਤ ਵੱਡਾ ਕੰਮ ਆ। ਇਹ ਜਿਹੜਾ ਜੋ ਵੀ ਇਹਦਾ ਹੱਲ ਆਪਾਂ ਦੱਸ ਰਹੇ ਇਸ ਰਾਜ ਪ੍ਰਬੰਧ ਦਾ ਜਿਹੜੀਆਂ ਇਹਨਾਂ ਦੀਆਂ ਜਿਹੜੀਆਂ ਰਾਜ ਪ੍ਰਬੰਧ ਨੂੰ ਬਦਲਣ ਵਾਸਤੇ, ਲੋਕਾਂ ਦੀ ਜ਼ਿੰਦਗੀ ਸੁਖਾਲਾ ਕਰਨ ਵਾਸਤੇ ਜਿਹੜਾ ਹੱਲ ਔਖਾ ਬੜਾ ਵਾ, ਉਹ 'ਤੇ ਤੁਰਨਾ ਬੜਾ ਔਖਾ ਵਾ, ਪਰ ਤੁਰਿਆ ਜਾ ਸਕਦਾ ਵਾ। ਉਹਦੇ 'ਤੇ ਤੁਰਦੀ ਜਿਹੜੀ ਰਾਜਨੀਤਿਕ ਲਾਈਨ ਜਥੇਬੰਦੀ ਦੀ ਆ, ਅਸੀਂ ਉਹਦੇ 'ਤੇ ਤੁਰਾਂਗੇ। ਤੁਰਨ ਦਾ ਜਿਹੜਾ ਵਾ ਉਹ ਸਾਰਾ ਜਿਹੜਾ ਪਲਾਨ ਆ, ਤੇ ਉਹਦੇ 'ਤੇ ਚੱਲ ਰਹੇ ਆ ਪਿਛਲੇ 22 ਸਾਲ ਤੋਂ, ਉਸੇ ਲਾਈਨ 'ਤੇ ਚੱਲ ਰਹੇ ਆ। ਲੋਕਾਂ ਨੂੰ ਜਥੇਬੰਦ ਕਰ ਰਹੇ ਆ, ਹੋਰ ਵੱਡੇ ਪੱਧਰ 'ਤੇ ਇਹਨਾਂ ਲੋਕਾਂ ਨੂੰ ਜਿਹੜੀ ਆ ਚੇਤਨਾ ਲਿਆਉਣ ਵਾਸਤੇ, ਸਮਾਜਿਕ ਚੇਤਨਾ ਲਿਆਉਣ ਵਾਸਤੇ, ਧਾਰਮਿਕ ਚੇਤਨਾ ਲਿਆਉਣ ਵਾਸਤੇ, ਆਰਥਿਕ ਜਿਹੜਾ ਪਾੜਾ ਉਹ ਸਮਝਣ ਵਾਸਤੇ, ਤੇ ਰਾਜਨੀਤਿਕ ਚੇਤਨਾ ਲਿਆਉਣ ਵਾਸਤੇ ਸਾਰੇ ਯਤਨ ਜਿਹੜੇ ਆ ਜ਼ੋਰ ਨਾਲ ਕਰਾਂਗੇ। ਇਹ ਰਾਹ ਜਿਹੜਾ ਵਾ ਇਹ ਸਰਹੱਦੀਆਂ ਨੀਹਾਂ 'ਚ ਹੋ ਕੇ ਗੁਜ਼ਰੂਗਾ। ਇਹ ਰਾਹ ਆਪਣਾ ਚਮਕੌਰ ਦੀ ਗੜੀ 'ਚ ਹੋ ਕੇ ਗੁਜ਼ਰੂਗਾ। ਇਹ ਰਾਹ ਮਾਛੀਵਾੜੇ ਦੇ ਜੰਗਲਾਂ 'ਚ ਹੋ ਕੇ ਗੁਜ਼ਰੂਗਾ। ਇਹ ਰਾਹ ਜਿਹੜਾ ਵਾ ਕੋਈ ਮਤਲਬ ਕੋਈ ਸੌਖੀ ਗੱਲ ਨਹੀਂ ਹੈਗੀ। ਇਹ ਦੋ ਵਰਗਾਂ ਦਾ ਭਿੜਨਾ ਵਾ, ਦੋ ਵਰਗਾਂ ਦੀ ਲੜਾਈ ਆ। ਇੱਕ ਬੰਨੇ 1% ਮਗਰ ਭਾਗੋ ਆ, ਤੇ ਦੂਜੇ ਬੰਨੇ 99% ਭਾਈ ਲਾਲੋ ਆ। ਇਹਨਾਂ ਦੋ ਵਰਗਾਂ ਦੀ ਲੜਾਈ ਆ, ਤੇ ਉਹਨਾਂ ਦਾ ਆਪਸ ਵਿੱਚ ਭੇੜ ਆ। ਉਸ ਭੇੜ ਦੇ ਵਿੱਚੋਂ ਜਿਹੜੀ ਭਾਈ ਲਾਲੋਆਂ ਦੀ ਸ਼ਕਤੀ ਆ, ਜਦੋਂ ਜਥੇਬੰਦ ਹੋ ਕੇ ਗੱਲਾਂ ਨੂੰ ਸਮਝ ਕੇ, ਸਾਰੇ ਦੇਸ਼ ਦੀ ਹਾਲਤ ਨੂੰ ਸਮਝ ਕੇ, ਸਾਰੇ ਵਖਰੇਵੇਂ ਮਿਟਾ ਕੇ, ਜਾਤ ਪਾਤ ਤੋਂ ਉੱਪਰ ਉੱਠ ਕੇ, ਹਰ ਚੀਜ਼ ਤੋਂ ਉੱਪਰ ਉੱਠ ਕੇ ਇੱਕ ਆਪਣੀ ਇੱਕ ਲੋਹੇ ਦੀ ਲੱਠ ਏਕਤਾ ਜਿਹੜੀ ਆ ਲੋਹੇ ਦੀ ਲੱਠ ਵਰਗੀ ਬਣਾ ਕੇ ਜਦੋਂ ਮੈਦਾਨ 'ਚ ਆਉਣਗੇ, ਤੇ ਫਿਰ ਦੇਸ਼ ਦੀਆਂ ਇਹ ਹਾਲਤਾਂ ਜਿਹੜੀਆਂ ਜੋ ਅੱਜ ਆ ਇਹ ਬਦਲੀਆਂ ਜਾ ਸਕਦੀਆਂ। ਕਿਸਾਨ ਮਜ਼ਦੂਰ ਦਾ ਜਿਹੜਾ ਵਾ ਇੱਕ ਰਾਜ ਲੋਕ ਪੱਖੀ ਤੇ ਕੁਦਰਤ ਪੱਖੀ ਆ, ਉਹ ਲਿਆਂਦਾ ਜਾ ਸਕਦਾ। ਇਸ ਮਕਸਦ ਨੂੰ ਅਸੀਂ ਹੱਲ ਕਰਨ ਵਾਸਤੇ ਜਿਹੜੇ ਆ ਤਤਪਰ ਰਵਾਂਗੇ। ਵੱਧ ਤੋਂ ਵੱਧ ਜਿਹੜੇ ਆਗੂ ਟੀਮਾਂ ਵਾ, ਸਾਰੀਆਂ ਆਗੂ ਟੀਮਾਂ ਜਿਹੜੀਆਂ ਪੂਰੇ ਸਮਾਜ ਦੇ ਵਿੱਚ ਆ, ਉਹ ਪੈਦਾ ਕਰਨ ਦਾ ਯਤਨ ਕਰਾਂਗੇ। ਇਹੀ ਮੇਰੀਆਂ ਬੇਨਤੀਆਂ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।